ला दे आए। ਨਿਆਂਇਆਂ ਦੇ ਦਾਜ ਦੇ ਸਮੇਂ ਵਿੱਚ ਅਜਿਹਾ ਹੋਇਆ ਜੋ ਉਹ ਦੇਸ਼ ਵਿੱਚ ਕਾਲ ਪੈ ਗਿਆ ਅਤੇ ਬੈਤਲਹਮ ਯਹੂਦਾ ਦਾ ਇੱਕ ਮਨੁੱਖ ਆਪਣੀ ਤੀਵੀਂ ਅਤੇ ਦੋਹਾਂ ਪੁੱਤਰਾਂ ਸਣੇ ਮੁਆਬ ਦੇ ਦੇਸ਼ ਵਿੱਚ ਵਸਣ ਨੂੰ ਚੱਲਿਆ। ਉਸ ਮਨੁੱਖ ਦਾ ਨਾਮ ਅਲੀਮਲਕ ਅਤੇ ਉਹਦੀ ਤੀਵੀਂ ਦਾ ਨਾਮ ਨੌਮੀ ਸੀ ਅਤੇ ਉਹਦੇ ਪੁੱਤਰਾਂ ਦੇ ਨਾਮ ਮਹਿਲੋਨ ਅਤੇ ਕਲਿਓਨ ਸਨ। ਇਹ ਬੈਤਲਹਮ ਯਹੂਦਾ ਦੇ ਇਫਰਾਤੀ ਸਨ, ਸੋ ਉਹ ਮੁਆਬ ਦੇ ਦੇਸ਼ ਵਿੱਚ ਆਣ ਕੇ ਉੱਥੇ ਰਹੇ। ਨੌਮੀ ਦਾ ਪਤੀ ਅਲੀਮਲਕ ਮਰ ਗਿਆ ਅਤੇ ਉਹ ਅਤੇ ਉਸਦੇ ਦੋਵੇਂ ਪੁੱਤਰ ਰਹਿ ਗਏ। ਉਹਨਾਂ ਦੋਹਾਂ ਨੇ ਮੁਆਬ ਦੀਆਂ ਤੀਵੀਆਂ ਵਿੱਚੋਂ ਵਹੁਟੀਆਂ ਵਿਆਹੀਆਂ। ਇੱਕ ਦਾ ਨਾਂ ਆਰਪਾ ਅਤੇ ਦੂਜੀ ਦਾ ਨਾਂ ਰੂਤ ਸੀ ਅਤੇ ਉਹ 10 ਕੁ ਵਰ੍ਹੇ ਉੱਥੇ ਰਹੇ। ਇਹਦੇ ਪਿੱਛੋਂ ਮਹਿਲੋਨ ਅਤੇ ਕਲਿਓਨ ਦੋਵੇਂ ਮਰ ਗਏ। ਸੋ ਉਹ ਤੀਵੀਂ ਆਪਣੇ ਦੋਹਾਂ ਪੁੱਤਰਾਂ ਦੇ ਪਤੀ ਕੋਲ ਇਕੱਲੀ ਛੱਡੀ ਗਈ। ਤਦ ਉਹ ਆਪਣੀਆਂ ਦੋਹਾਂ ਨੂੰਹਾਂ ਸਣੇ ਮੁਆਬ ਦੇ ਦੇਸ਼ ਦੇ ਸੋ ਮੁੜ ਜਾਣ ਦੀ ਉੱਠੀ, ਕਿਉਂ ਜੋ ਉਹਨੇ ਮੁਆਬ ਦੇ ਦੇਸ਼ ਵਿੱਚ ਇਹ ਗੱਲ ਸੁਣੀ ਪਈ ਯਹੋਵਾ ਨੇ ਆਪਣੇ ਲੋਕਾਂ ਦਾ ਧਿਆਨ ਕੀਤਾ ਹੈ ਅਤੇ ਉਹਨਾਂ ਨੂੰ ਰੋਟੀ ਦਿੱਤੀ ਹੈ। ਸੋ ਉਸ ਥਾਂ ਤੋਂ ਜਿੱਥੇ ਉਹ ਹੈ ਸੀ ਆਪਣੀਆਂ ਦੋਹਾਂ ਨੂੰਹਾਂ ਸਣੇ ਤੁਰ ਪਈ ਅਤੇ ਯਹੂਦਾ ਦੇ ਦੇਸ਼ ਨੂੰ ਮੁੜ ਜਾਣ ਲਈ ਪੈਂਡਾ ਕੀਤਾ। ਨਬੀ ਲਿਖਤ ਕੇ ਨਹੀਂ ਮੇਰੀ ਘਰ ਆਈ ਬਾਈਬਲ ਪੜ੍ਹਦੇ ਹੁੰਦੇ ਤਾਂ ਮੈਨੂੰ ਜ਼ਰੂਰ ਪਤਾ ਹੋਣਾ ਸੀ ਨੂਰ ਕਿੱਥੇ ਹੈ। ਯਹੋਵਾ ਜਿਹਾ ਕਰੇ ਜੋ ਤੁਸੀਂ ਆਪੋ ਆਪਣੇ ਪਤੀਆਂ ਦੇ ਘਰ ਵਿੱਚ ਸੁੱਖ ਪਾਓ। ਤਦ ਉਸਨੇ ਉਹਨਾਂ ਨੂੰ ਚੁੰਮਿਆ ਅਤੇ ਉਹ ਉੱਚੀ ਆਵਾਜ਼ ਨਾਲ ਰੋਈਆਂ। ਫਿਰ ਉਹਨਾਂ ਨੇ ਉਹਨੂੰ ਆਖਿਆ, ਸੱਚਮੁੱਚ ਅਸੀਂ ਤੇਰੇ ਨਾਲ ਤੇਰੇ ਲੋਕਾਂ ਦੇ ਵਿੱਚ ਜਾਵਾਂਗੀਆਂ। ਅੱਗੋਂ ਨੌਮੀ ਨੇ ਆਖਿਆ, ਹੇ ਮੇਰੀ ਧੀਓ ਮੁੜ ਜਾਓ, ਮੇਰੇ ਨਾਲ ਕਾਹਨੂੰ ਤੁਰਦੀਆਂ? ਭਲਾ ਮੇਰੀ ਕੁੱਖ ਵਿੱਚ ਕੋਈ ਹੋਰ ਪੁੱਤਰ ਹਨ ਜੋ ਤੁਹਾਡੇ ਪਤੀ ਬਣਨ? ਹੇ ਮੇਰੀ ਧੀਓ ਮੁੜ ਜਾਓ, ਤੁਰ ਜਾਓ, ਕਿਉਂ ਜੋ ਮੈਂ ਵੱਡੀ ਬੁੱਢੀ ਹਾਂ ਅਤੇ ਪਤੀ ਕਰਨ ਦੇ ਯੋਗ ਨਹੀਂ, ਜੋ ਮੈਂ ਕਹਾਂ ਵੀ ਮੈਨੂੰ ਆਸ ਹੈ ਜੋ ਅੱਜ ਦੀ ਰਾਤ ਮੇਰਾ ਪਤੀ ਹੁੰਦਾ ਤੇ ਮੈਂ ਮੁੰਡਿਆ ਜਾਣਦੀ। ਸੋ ਜਾਤੀ ਕਰੋ ਵੱਡੇ ਹੁੰਦੇ ਭਲਾ ਤਦ ਤੀਕਰ ਤੁਸੀਂ ਠਹਿਰੀਆਂ ਰਹਿੰਦੀਆਂ ਅਤੇ ਉਹਨਾਂ ਦੀ ਆਸ ਉੱਤੇ ਪਤੀ ਨਾ ਕਰਦੀਆਂ? ਨਹੀਂ ਮੇਰੀ ਧੀਓ, ਮੈਂ ਤੁਹਾਡੇ ਕਾਰਨ ਵੱਡੀ ਉਦਾਸ ਹਾਂ, ਕਿਉਂ ਜੋ ਯਹੋਵਾ ਦਾ ਹੱਥ ਮੇਰੇ ਵਿਰੁੱਧ ਫਸ ਰਿਹਾ ਹੈ। ਤਦ ਉਹ ਫਿਰ ਉੱਚੀ ਆਵਾਜ਼ ਕੱਢ ਕੇ ਰੋਈਆਂ ਅਤੇ ਆਰਪਾ ਨੇ ਆਪਣੀ ਸੱਸ ਨੂੰ ਚੁੰਮਿਆ, ਪਰ ਰੂਥ ਉਹਦੇ ਨਾਲ ਲੱਗੀ ਰਹੀ। ਤਦ ਬੋਲੀ, ਵੇਖ ਤੇਰੀ ਜਠਾਣੀ ਆਪਣੇ ਟੱਬਰ ਅਤੇ ਦੇਵਤਿਆਂ ਵੱਲ ਮੁੜ ਗਈ ਹੈ, ਤੂੰ ਵੀ ਆਪਣੀ ਜਠਾਣੀ ਦੇ ਮਗਰ ਮੁੜ ਜਾ। ਪਰ ਰੂਥ ਬੋਲੀ, ਮੇਰੇ ਅੱਗੇ ਤਰਲੇ ਨਾ ਪਾ ਜੋ ਮੈਂ ਤੈਨੂੰ ਇਕੱਲਿਆ ਛੱਡਾਂ ਅਤੇ ਮਗਰੋਂ ਮੁੜਾਂ, ਕਿਉਂ ਜੋ ਜਿੱਥੇ ਤੂੰ ਜਾਵੇਂਗੀ ਉੱਥੇ ਮੈਂ ਜਾਵਾਂਗੀ ਅਤੇ ਜਿੱਥੇ ਤੂੰ ਰਹੇਂਗੀ ਉੱਥੇ ਮੈਂ ਰਹਾਂਗੀ। ਤੇਰੇ ਲੋਕ ਸੋ ਮੇਰੇ ਲੋਕ, ਤੇਰਾ ਪਰਮੇਸ਼ਰ ਸੋ ਮੇਰਾ ਪਰਮੇਸ਼ਰ ਹੋਵੇਗਾ। ਜਿੱਥੇ ਤੂੰ ਮਰੇਂਗੀ ਉੱਥੇ ਮੈਂ ਮਰਾਂਗੀ ਅਤੇ ਉੱਥੇ ਹੀ ਦੱਬੀ ਜਾਵਾਂਗੀ। ਯਹੋਵਾ ਮੇਰੇ ਨਾਲ ਅਜਿਹਾ ਹੀ ਕਰੇ ਅਤੇ ਇਹਦੇ ਨਾਲੋਂ ਵੀ ਵਧੀਕ, ਜੇ ਕਦੇ ਮੌਤ ਤੋਂ ਛੁੱਟ ਕੋਈ ਹੋਰ ਮੈਨੂੰ ਤੇਥੋਂ ਵੱਖਰਾ ਕਰੇ। ਇਹਨਾਂ ਨੂੰ ਇੱਕ ਕਹਾਣੀ ਪਹਿਲੇ ਸੁਣੀ ਹੈ ਯਾਦ, ਉਹ ਤਾਂ ਬਰਕਤ ਦੇ ਵਿੱਚ ਇਹਨਾਂ ਨੂੰ ਪਤਾ ਹੈ। ਜਿਹਨੂੰ ਨਹੀਂ ਪਤਾ ਉਹ ਧਿਆਨ ਨਾਲ ਸੁਣੋ। ਆਓ ਆਪਣੇ ਸਿਰਾਂ ਝੁਕਾਉਂਦੇ ਹਾਂ ਪ੍ਰਾਰਥਨਾ ਦੇ ਲਈ। ਮੇਰੀ ਬੇਨਤੀ ਹੈ ਸਭ ਸ਼ਾਮ ਪ੍ਰਾਰਥਨਾ ਕਰਾਂਗੇ ਆਪਣੇ ਮਨ 'ਚ। ਸਾਡੇ ਸਵਰਗੀ ਪਿਤਾ ਅਨਾਦਿ ਪਰਮੇਸ਼ਰ, ਦਿਆਲੂ ਬਾਪ, ਤੂੰ ਕਿਰਪਾ ਨਾਲ ਭਰਿਆ ਹੈ ਪ੍ਰਭੂ। ਤੂੰ ਅੱਜ ਵੀ ਉਹੀ ਰਹਿਮ ਦੇ ਨਾਲ ਭਰਿਆ ਹੈ ਪ੍ਰਭੂ, ਜਿਹਾ ਤੂੰ ਸਲੀਬ ਉੱਤੇ ਸੀ ਔਰ ਤੇ ਮਾਰਦੇ ਹੋਏ ਡਾਕੂ ਚੋਰ ਉੱਤੇ ਤੂੰ ਆਪਣਾ ਤਰਸ ਕੀਤਾ। ਖੁਦਾਵੰਦ ਅਸੀਂ ਵੀ ਯਿਸੂ ਮਸੀਹ ਬੜੀ ਕਮਜ਼ੋਰ ਘੱਟ ਨਿਕੰਮੇ ਹਾਂ। ਪਿਆਰੇ ਪ੍ਰੇਮੀ, ਇਹ ਚਾਹੁੰਦੇ ਹਾਂ ਪ੍ਰਭੂ ਦਿਆ ਜੋ ਤੂੰ ਉਸ ਡਾਕੂ ਚੋਰ ਉੱਤੇ ਕੀਤੀ। ਜਿਵੇਂ ਤੇਰੇ ਨਬੀ ਨੇ ਕਿਹਾ, ਮੈਂ ਵੀ ਇੱਕ ਚੋਰ ਸਾਂ ਜੋ ਦੇ ਸਮੇਂ ਨੂੰ ਚੁਰਾਉਂਦਾ ਰਿਹਾ, ਜਿੰਨਾ ਸਮਾਂ ਉਹਨੂੰ ਦੇਣਾ ਚਾਹੀਦਾ ਸੀਗਾ, ਪਰ ਮੈਨੂੰ ਉਹ ਸਮਾਂ ਨਹੀਂ ਦੇ ਸਕਿਆ। ਮੈਂ ਉਹਦਾ ਚੋਰ ਹਾਂ। ਸਵਰਗੀ ਪਿਤਾ, ਇਹ ਵੀ ਖੁਦਾਵੰਦ ਯਿਸੂ ਮਸੀਹ ਇਸੇ ਤਰ੍ਹਾਂ ਹੀ ਹਾਂ ਪ੍ਰਭੂ। ਬਹੁਤ ਸਾਰੇ ਕੰਮ ਹਨ ਜੋ ਇਹ ਤੇਰੇ ਲਈ ਕਰ ਸਕਦੇ ਹਾਂ ਪਰ ਨਹੀਂ ਕਰ ਰਹੇ। ਇਹ ਸਾਡੀਆਂ ਕਮਜ਼ੋਰੀਆਂ, ਕਾਮੀਆਂ, ਖਾਮੀਆਂ ਹਨ। ਤੇ ਪਿਤਾ ਹੀ ਤੇਰੇ ਪਵਿੱਤਰ ਲਹੂ ਦੇ ਸਲੀਬ ਦੇ ਸਾਹਮਣੇ ਆਉਂਦੇ ਹਾਂ ਔਰ ਇਹ ਦੁਆ ਕਰਦੇ ਹਾਂ ਪ੍ਰਭੂ, ਕਿਉਂਕਿ ਤੇਰੇ ਇਸ ਸੰਦੇਸ਼ ਨੇ ਇਹ ਸਟੈਂਡਰਡ ਦੱਸਿਆ ਹੈ ਕਿ ਦੁਲਹਨ ਕਿਹੋ ਜਿਹੀ ਹੋਵੇਗੀ, ਜਿਹੜੀ ਹਰ ਇੱਕ ਵਚਨ ਨੂੰ ਮੰਨੇਗੀ ਪ੍ਰਭੂ। ਉਹ ਠੰਡੀ ਜਾਂ ਤੱਤੀ ਨਹੀਂ ਹੋਵੇਗੀ ਪ੍ਰਭੂ, ਉਹ ਸਰਗਰਮ ਹੋਵੇਗੀ, ਇੱਕੋ ਜਿਹੀ ਹੋਵੇਗੀ। ਉਹ ਦੋਗਲੀ ਨਹੀਂ ਹੋਵੇਗੀ, ਉਹ ਨਕਲੀ ਨਹੀਂ ਹੋਏਗੀ। ਉਹ ਚਰਚ 'ਚ ਕੁਛ ਹੋਰ ਤੇ ਘਰ ਕੁਛ ਹੋਰ ਨਹੀਂ ਹੋਵੇਗੀ। ਉਹਦੀ ਜ਼ੁਬਾਨ ਚਰਚ 'ਚ ਕੁਛ ਹੋਰ ਔਰ ਘਰ 'ਚ ਕੁਛ ਹੋਰ ਨਹੀਂ ਹੋਵੇਗੀ। ਉਹ ਇੱਕੋ ਜਿਹੀ ਹੋਵੇਗੀ ਪਿਤਾ। ਇਸ ਲਈ ਬੇਨਤੀ ਕਰਦੇ ਹਾਂ ਪ੍ਰਭੂ, ਜਿਵੇਂ ਪਿਛਲੇ ਐਤਵਾਰ ਤੁਸੀਂ ਸਾਨੂੰ ਸੰਦੇਸ਼ ਦਿੱਤਾ ਕਿ ਕਿਵੇਂ ਦੋ ਸੁਭਾਅ ਸਾਡੇ ਅੰਦਰ ਕੰਮ ਕਰਦੇ ਹਨ ਪਰ ਅਸੀਂ ਮਸੀਹ ਸੁਭਾਅ ਦੇ ਹੇਠ ਜੀਣਾ ਹੈ। ਇਸ ਲਈ ਤੂੰ ਬਰਕਤ ਦੇ, ਉਹ ਸਟੈਂਡਰਡ ਔਰ ਰੈਪੂਟੇਸ਼ਨ ਸਾਡੇ 'ਚ ਵੱਧਦਾ ਜਾਏ, ਕਿਉਂਕਿ ਉਠਾਇਆ ਜਾਣਾ ਸਿਰਫ ਸੱਚੀ ਦਾੜੀ ਦਾ ਹੋਵੇਗਾ, ਨਹੀਂ ਉਠਾਏ ਜਾਂਦੇ ਦਿਨਾਂ 'ਚ। ਬਹੁਤ ਬੱਚੇ ਯਿਸੂ ਮਸੀਹ ਦੇ ਨਾਮ 'ਚ ਕਮੇਟੀ
ਬੈਠ ਸਕਦੇ ਹੋ ਸਭ। ਇਹ WhatsApp ਤੇ ਆਨਲਾਈਨ ਕਰ ਰਹੇ ਹਾਂ, ਇਸ ਲਈ ਇਹ ਹੱਥ 'ਚ ਫੜਿਆ ਹੈ ਮੋਬਾਈਲ। ਕਿੰਨੇ ਖੁਸ਼ ਹੈ? ਉਹ ਤਾਂ ਬਹੁਤ ਬਰਕਤ ਰਹੇ ਸਾਰਿਆਂ ਨੂੰ। ਸੰਦੇਸ਼ ਹੈ ਕਿ ਸਾਨੂੰ ਇੱਕ मेरा विषय है कि अं जो सा असी आदम वंश हाँ जिहड़े बहुत कुछ गवा चुके थे। हालेलुया। और सा अं जो गवाया उसनूं छुड़ाउण दे लई साडे कोल एक छुटकारा देने वाला चाहिदा सीगा। आमीन। अब्राहम दा मैं सब तो पहले हवाला पढ़दा हाँ मोहरां दी किताब दे विचों। बचाना 30 शब्द इसनूं ध्यान दे नाल सुनो। हालेलुया। मोहरां दी किताब है जिहदे विच संदेश है 7 कलीसिया युगां ते 7 मोहरां दे विचकारली दराड़। इसका पैरा नंबर 119 तो पढ़ रहा मैं, बहुत ध्यान नाल सुनो। मेरा विषय है कि सानूं छुड़ाउण अहीं कुछ गवा चुके सा, साडा छुटकारा होना बहुत जरूरी सीगा। उस छुड़ाउण दे लई एक महान योजना तैयार की गई। सानूं छुड़ाउण दे लई एक नेड़े दा रिश्तेदार चाहिदा सीगा। वो नेड़े दा रिश्तेदार यीशु मसीह है। हुण उस नेड़े दे रिश्तेदार दे द्वारा छुड़ाए गए हैं। तो फिर ये सवाल उठता है कि गवाया की सन छुटकारे की क्यों लोड़ है? कि तुम जानते हो कि आदम ने परमेश्वर ने सदा जिंदे रहने की बनाया कि धरती तो सदा पवित्र रहे, अनंत जीवन उहदे कोल रहे, उहदे को अनंत अधिकार दिता गया, अनंत संगति दी गई। पर पाप की वजह ने सब कुछ आदम तो छुट गया। उस तो बाद जिन्ने भी अगे फिर वंश आया सारा ही इसको सारे को छुटकारे की लोड़ सी क्योंकि पाप च गिर गया। हालेलुया। सो इस संदेश में अब्राहम ने कह रहा है 119 नंबर पैरे तो इस छुटकारे का मतलब होंदा है उस सब का कानून कब्जा जो आदम अते हवा ने गवा लिया सी। हालेलुया। ओ माय लॉर्ड। ऐलान हम अपने हत्थां नाल एक बारी ताड़ी मारते हाँ। इसका मतलब ये गल नॉर्मल नहीं की जा रही, ये गल बहुत जोश से की जा रही है। ताड़ी क्या नाम है? इस छुटकारे का मतलब होंदा है उस सब का कानूनन कब्जा जो आदम अते हवा ने गवा लिया सी। नवा जन्म पाए हुए मसीह लई ये की करदा है? ये उस सारे वसीयतनामे का अनंत जीवन के वसीयतनामे का कानूनी कब्जा है। इसका मतलब यह है कि तुसीं उन्हां सारियां चीज़ों को प्राप्त कर लिया है जिन्होंने आदम अते हवा ने गवा दिता सी। छुटकारा वाह भाई जी। इसके बारे में की ख्याल उस वसीयतनामे के कब्जे के बारे में? आदम छुटकारे दीयां लोड़ां नूं पूरे नहीं कर सकता सी। हुण जो कुछ आदम ने गवा लिया वो सानूं वापस चाहिदा सीगा। जे आदम ने जीवन गवाया तो सानूं जीवन वापस चाहिदा है। जे आदम ने संगति गवाई सानूं संगति वापस चाहिदी। हालेलुया। जे आदम ने छुटकारा गवा लिया तो सानूं छुटकारा वापस चाहिदा सीगा। पर आदम छुटकारे दीयां लोड़ां नूं पूरा नहीं कर सकता सी। मिलन तो बाद उसने इस नूं गवा लिया। उसने पाप किया सी ते अपने आप नूं परमेश्वर तो जुदा कर लिया सी। सो वो इसका छुटकारा नहीं सी कर सकता। वो नहीं सी कर सकता क्योंकि उसनूं तां आप छुटकारे की लोड़ सी। क्योंकि पाप च डिग्गिया बंदा किद्दां पाप लई मोल कर सकता है? हालेलुया। इसलिए नहीं सी कर सकता। पर व्यवस्था मांग करती है कि छुटकारा देने वाला नेड़े का रिश्तेदार होवे। परमेश्वर की व्यवस्था नूं एक छुटकारा देने वाले नेड़े के साथ की जरूरत सी। तुसीं जिहड़े इस ते अर्थात नेड़े के साथ ते निशानी लगाउणा चाहुंदे हो इस लेवियां दी पोथी 25 बाब विच वेखो। इस नूं चंगी तरह भालण दे लई साडे कोल समां नहीं है क्योंकि तुसीं जाणदे हो कि हरेक विषय रात कर देवेगा। समझे? हालेलुया। प्रभु दे नाल महिमा मिले। परमेश्वर की व्यवस्था ने इवज यानी बदले में कोई चीज कबूल करनी कबूल किया। की हुंदा जे परमेश्वर ने इवज नूं कबूल ना किया हुंदा? इवज हुंदा किसी दे बदले कुछ, पर प्यार ने उसनूं इस तरह करने लई मजबूर कर दिता। वो मनुख मार्ग तो बिना ही सी ते पिछां जाण दे लई उसके कोल कोई राह नहीं सी। ओहदा खत्म हो चुका सी।
परंतु परमेश्वर की कृपा ने यसु मसीह के व्यक्तित्व में छुटकारा देने वाले को पाया। व्यवस्था में इसकी लोड़ सी, कृपा ने ये शर्तां पूरा किया। ओह अद्भुत कृपा, कितनी मीठी आवाज है। परमेश्वर की व्यवस्था में एक निर्दोष इवज की लोड़ सी। अते कौन निर्दोष सी? हर एक मनुख शारीरिक वासना के द्वारा होया सी। हर एक मनुख शारीरिक संबंधां राही पैदा होया सी, पर केवल एक ही इस तरह कर सकता सी जो इस तरह नहीं जम्मिया, अते ना ही उसने अनंत जीवन के अधिकारां नूं अते धरती ते राजा होने के अधिकारां नूं गवाया सी। हालेलुया। तो जब मैं उस लिखत के बारे में सोचता हाँ तो सानू परमेश्वर ने बोल लिया कि असीं राज करिए अते धरती ते राजे अते याजक बणीए। ये मेरे प्रभु ये कौन है? छुड़ाउण वाला, नेड़े दा रिश्तेदार। हालेलुया। प्रभु दे नाम महिमा मिले। आमीन। पुराने नियम की अवस्था सीगी, जदों एक भरा वो कोई जगह अपनी बेचता है तो उस जगह नूं छुड़ाउण दे लई उहदा कोई नज़दीक का रिश्तेदार होना चाहिए सी, जिहड़ा बिल्कुल नेड़े का रिश्तेदार होए। हालेलुया। आमीन। वही उस जायदाद नूं छुड़ा सकता सीगा। दूसरा, जब कोई एक भरा है, उसकी शादी हुई है, उसकी पत्नी है, अगर उस भरा की डेथ हो जाए तो वो दूजे भरा नूं उसकी पत्नी रखनी पैंदी ताकि उसका वंश अगे चल सके, उसका नाम कायम रहे। हालेलुया। उहदे लई नेड़े का ही रिश्तेदार चाहिए सी। आमीन। प्रभु दा नाम महिमा मिले। और उसनूं ओहदी जगह भी छड़ानी पैंदी सीगी, उसनूं ओहदे नाल शादी भी करनी पैंदी ताकि अगे जो बच्चे होण ते ओहदे भरा दा वंश अगे चल सके। हालेलुया। आमीन। जो भरा इदां करन तो मना करदा तां विच चौक दे गवाहां दे विचकार वो औरत अपने उस देर दे मुंह ते थुकदी। हालेलुया। आमीन। क्योंकि उन्हें उस नाम नूं अगे कायम नहीं रखिया। हालेलुया। फिर जगह का भी यही मसला सीगा कि अगर जगह छुड़ानी है तो नेड़े का रिश्तेदार ही छुड़ा सकता सीगा। उहदे नाल महिमा मिले। जिहड़ा नज़दीक का रिश्तेदार नहीं वो एक काम नहीं सी कर सकता, छुड़ाउण दा काम। हालेलुया। छुड़ाउण दा काम करन दे लई नेड़े का रिश्तेदार ही चाहिए सीगा। नबी यही कह रहा है कि ये व्यवस्था सीगी पुराने नियम दी। आमीन। ते हुण जो आदम ने गवा लिया, जो जीवन आदम ने गवा लिया, उसनूं छुड़ाउणा पैना सी। ध्यान नाल सुणिओ, बहुत सोहना विषय है ते तुहानूं अगे जाके पता लगेगा कि गल कर लगा मैं नहीं बना रहा। हालेलुया। ਉਹਦੇ ਲਈ ਨੇੜੇ ਦਾ ਰਿਸ਼ਤੇਦਾਰ ਚਾਹੀਦਾ ਸੀ ਜਿਹੜਾ ਉਹਦੀ ਜਗ੍ਹਾ ਨੂੰ ਛੁਡਾਏ, ਜਾਂ ਜੋ ਕੁਛ ਉਹਨੇ ਗਵਾ ਲਿਆ ਉਹਨੂੰ ਛੁਡਾਏ। ਜੋ ਕੁਛ ਆਦਮ ਨੇ ਗਵਾ ਲਿਆ ਪਰਮੇਸ਼ਰ ਉਹਨੂੰ ਵਾਪਸ ਦੇਣਾ ਚਾਹੁੰਦਾ ਹੈ ਤੇ ਇਹਦੇ ਲਈ ਨੇੜੇ ਦਾ ਰਿਸ਼ਤੇਦਾਰ ਚਾਹੀਦਾ ਸੀਗਾ। ਹੁਣ ਛਡਾਉਣਾ ਸਾਨੂੰ ਸੀ। ਹੁਣ ਸਾਨੂੰ ਛਡਾਉਣ ਦੇ ਲਈ ਸਾਡਾ ਹੀ ਕੋਈ ਨੇੜੇ ਦਾ ਰਿਸ਼ਤੇਦਾਰ ਚਾਹੀਦਾ ਸੀਗਾ। ਨਬੀ ਕਹਿ ਰਿਹਾ ਕਿ ਹੁਣ ਕੋਈ ਵੀ ਬੰਦਾ ਬਿਨਾ ਮਾਂ-ਬਾਪ ਤੋਂ ਪੈਦਾ ਨਹੀਂ ਹੋਇਆ, ਇਸ ਲਈ ਸਾਰੇ ਪਾਪੀ ਸੀਗੇ। ਇਸ ਲਈ ਕੋਈ ਵੀ ਸਾਨੂੰ ਛੁਡਾ ਨਹੀਂ ਸਕਦਾ। ਸਾਨੂੰ ਛੁਡਾਉਣ ਦੇ ਲਈ ਨੇੜੇ ਦਾ ਰਿਸ਼ਤੇਦਾਰ ਚਾਹੀਦਾ ਸੀ। ਉਹ ਚਾਹੀਦਾ ਸੀ ਜਿਹੜਾ ਬਿਨਾ ਮਾਂ-ਬਾਪ ਤੋਂ ਪੈਦਾ ਹੋਏ। ਔਰ ਇਹ ਜਾਣਦੇ ਸਾਰੇ ਮਾਂ-ਬਾਪ ਤੋਂ ਪੈਦਾ ਹੋਏ, ਪਰ ਯਿਸੂ ਮਸੀਹ ਸੀਗਾ ਜਿਹੜਾ ਬਿਨਾ ਮਾਂ-ਬਾਪ ਦੇ ਵਚਨ ਤੋਂ ਪੈਦਾ ਹੋਇਆ। ਹਾਲੇਲੂਇਆ। ਮਨੁੱਖਾਂ ਦਾ ਕੋਈ ਨੇੜੇ ਦਾ ਰਿਸ਼ਤੇਦਾਰ ਚਾਹੀਦਾ ਸੀ। ਪਰਮੇਸ਼ਵਰ ਖੁਦ ਮਨੁੱਖ ਬਣ ਕੇ ਸਾਡਾ ਨੇੜੇ ਦਾ ਰਿਸ਼ਤੇਦਾਰ ਬਣਿਆ। ਜਿੱਦਾਂ ਸਾਡੇ ਅੰਦਰ ਲਹੂ ਮਾਸ ਹੈ, ਉਹਦੇ ਅੰਦਰ ਵੀ ਲਹੂ ਮਾਸ ਹੋਇਆ। ਜਿੱਦਾਂ ਅਸੀਂ ਧਰਤੀ ਤੇ ਚੱਲਦੇ ਫਿਰਦੇ ਉਦਾਂ ਹੀ ਉਹ ਚੱਲਿਆ। ਜਿੱਦਾਂ ਅਸੀਂ ਸਾਹ ਲੈਂਦੇ ਉਦਾਂ ਹੀ ਉਹਨੇ ਲਏ। ਜਿੱਦਾਂ ਅਸੀਂ ਗਰਮੀ ਸਰਦੀ ਚੱਲਦੇ ਉਹਨੇ ਵੀ ਚੱਲੀ। ਜਿੱਦਾਂ ਅਸੀਂ ਦੁੱਖਾਂ ਪਰਤਾਵਿਆਂ ਹਾਲਾਤਾਂ 'ਚ ਨਿਕਲਦੇ ਸਭ ਕੁਝ ਉਹਨੇ ਕੀਤਾ। ਯਾਨੀ ਉਹ ਸਾਡਾ ਨੇੜੇ ਦਾ ਰਿਸ਼ਤੇਦਾਰ ਬਣਿਆ। ਹਾਲੇਲੂਇਆ। ਇਹ ਕੰਮ ਕੋਈ ਨਹੀਂ ਕਰ ਸਕਦਾ ਸੀ, ਪਰ ਉਸ ਨੇੜੇ ਦੇ ਰਿਸ਼ਤੇਦਾਰ ਨੇ ਕੀਤਾ। ਪਰਮੇਸ਼ਰ ਖੁਦ ਸਾਡਾ ਨੇੜੇ ਦਾ ਰਿਸ਼ਤੇਦਾਰ ਬਣਿਆ, ਮਨੁੱਖ ਬਣਿਆ। कितने समझते हैं? परमेश्वर मनुख बने, नेड़े का रिश्तेदार बने। तभी कह रहे हैं अगे 134 नंबर पैरे रूथ की पुस्तक इस गल की बहुत सोहनी तस्वीर खिंचती है कि मैं बोआज नोमी अपनी धरती गवा बैठी सी। तुसी इस नूं जानदे हो, तुसी मैनूं इस उत्ते प्रचार करदे नूं सुन चुके हो कि तुसी नहीं सुन चुके हो? अपने हत्थां नूं उपर उठाओ जे तुसीं प्रचार करदे सुनिया है।
ਸੋ ਤੁਸੀਂ ਸਮਝ ਗਏ ਹੋ। ਵੇਖੋ ਬੋਆਜ਼ ਨੇ ਇੱਕ ਛਡਾਉਣ ਵਾਲਾ ਬੰਨਾ ਸੀ ਅਤੇ ਉਹੀ ਸਿਰਫ ਇੱਕ ਅਜਿਹਾ ਸੀ ਜੋ ਇਹ ਕਰ ਸਕਦਾ ਸੀ। ਉਸਨੇ ਰਿਸ਼ਤੇਦਾਰ ਹੋਣਾ, ਇੱਕ ਨੇੜੇ ਦਾ ਰਿਸ਼ਤੇਦਾਰ ਬਣਨਾ ਸੀ ਅਤੇ ਨੌਮੀ ਦਾ ਛੁਟਕਾਰਾ ਕਰਨ ਬਦਲੇ ਉਸ ਨੂੰ ਰੂਥ ਮਿਲੀ ਸੀ। ਉਹ ਯਿਸੂ ਸੀ, ਬੋਆਜ਼ ਮਸੀਹ ਦਾ ਮੁੰਡਾ ਸੀ। ਅਤੇ ਜਦ ਉਸਨੇ ਇਸਰਾਏਲੀਆਂ ਨੂੰ ਛੁਡਾਇਆ ਉਸ ਨੂੰ ਪਰਾਈ ਜਾਤੀਆਂ ਦੀ ਲਾੜੀ ਮਿਲੀ। ਤੇ ਵੇਖੋ ਇਹ ਕਿੰਨਾ ਸੁੰਦਰ ਹੈ। ਇੱਥੇ ਕਿਤੇ ਅਸੀਂ ਇਸ ਦੀ ਟੇਮ ਵੀ ਭਰੀ ਹੋਈ ਹੈ। ਮੈਨੂੰ ਪੂਰਾ ਯਕੀਨ ਹੈ ਕਿ ਤੁਸੀਂ ਇਸ ਨੂੰ ਲੈਣਾ ਚਾਹੋਗੇ। ਸੋ ਆਓ ਅਸੀਂ ਆਪਣੇ ਸੰਦੇਸ਼ ਨੂੰ ਸ਼ੁਰੂ ਕਰਦੇ ਹਾਂ। ਹਾਲੇਲੂਇਆ। ਉਹਨਾਂ ਨੂੰ ਗੱਲ ਕਰ ਰਿਹਾ ਹੈ ਕਿ ਛਡਾਉਣ ਦੇ ਲਈ ਨੇੜੇ ਦਾ ਸਾਥ ਚਾਹੀਦਾ ਸੀਗਾ। ਜੋ ਕੁਛ ਆਦਮ ਨੇ ਗਵਾ ਲਿਆ ਉਹ ਵਾਪਸ ਸਾਨੂੰ ਚਾਹੀਦਾ ਸੀ, ਸਾਨੂੰ ਛੁਟਕਾਰਾ ਚਾਹੀਦਾ ਸੀਗਾ। ਹਾਲੇਲੂਇਆ। ਕਿਉਂਕਿ ਤੁਸੀਂ ਜਾਣਦੇ ਹੋ ਕਿ ਪਰਮੇਸ਼ਵਰ ਦੇ ਚੁਣੇ ਹੋਇਆਂ ਦੇ ਕੋਲ ਅਨੰਤ ਜੀਵਨ ਹੈ। ਉਹ ਅਨੰਤ ਜੀਵਨ ਦੇ ਲਈ ਠਹਿਰਾਏ ਗਏ, ਉਹ ਸਦਾ ਸਦਾ ਪਰਮੇਸ਼ਵਰ ਦੇ ਘਰ ਚ ਰਹਿਣ ਦੇ ਲਈ ਠਹਿਰਾਏ ਗਏ। ਲੇਕਿਨ ਜਦੋਂ ਉਹ ਪਾਪ ਵਿੱਚ ਗਿਰ ਗਏ ਹਨ ਤਾਂ ਉਹਨਾਂ ਨੂੰ ਫਿਰ ਛੁਟਕਾਰੇ ਦੀ ਲੋੜ ਹੈ ਕਿ ਪਰਮੇਸ਼ਵਰ ਉਹਨਾਂ ਨੂੰ ਸਭ ਕੁਝ ਉਹ ਦੇਵੇ ਜੋ ਆਦਮ ਨੇ ਗਵਾ ਲਿਆ ਸੀ। ਹਾਲੇਲੂਇਆ। ਜੋ ਕੁਝ ਆਦਮ ਨੇ ਗਵਾ ਲਿਆ ਪਰਮੇਸ਼ਵਰ ਵਾਪਸ ਦੇਣਾ ਚਾਹੁੰਦਾ ਸੀ। ਹੁਣ ਇਹ ਛੁਟਕਾਰੇ ਦੇ ਬਿਨਾਂ ਨਹੀਂ ਸੀ ਹੋ ਸਕਦਾ। ਇਹ ਛੁਟਕਾਰਾ ਸੀਗਾ, ਯਾਨੀ ਉਸ ਚੀਜ਼ ਵਾਪਸ ਮਿਲਣੀ, ਇਹ ਛੁਟਕਾਰਾ ਸੀ। ਔਰ ਇਹ ਛੁਟਕਾਰਾ ਹੁਣ ਕੋਈ ਵੀ ਹੋਰ ਨਹੀਂ ਸੀ ਕਰ ਸਕਦਾ, ਨੇੜੇ ਦਾ ਰਿਸ਼ਤੇਦਾਰ ਹੀ ਕਰ ਸਕਦਾ ਸੀ। ਹਾਲੇਲੂਇਆ। ਹੁਣ ਪਰਮੇਸ਼ਵਰ ਦਾ ਅਨੰਤ ਆਤਮਾ ਹੈ, ਉਹਦੇ ਮਹਿਮਾ ਚ ਅਤ ਪਵਿੱਤਰਤਾ ਚ ਰਹਿਣ ਵਾਲਾ ਪਵਿੱਤਰ ਖੁਦਾ ਹੈ। ਲੇਕਿਨ ਚਾਹੀਦਾ ਤੇ ਨੇੜੇ ਦਾ ਰਿਸ਼ਤੇਦਾਰ ਸੀ। ਇਸ ਲਈ ਉਹ ਆਤਮਾ ਪਰਮੇਸ਼ਵਰ ਸਰੀਰ ਬਣਿਆ, ਮਨੁੱਖ ਬਣਿਆ, ਸਾਡਾ ਨੇੜੇ ਦਾ ਰਿਸ਼ਤੇਦਾਰ ਬਣਿਆ। ਕਿਨੇ ਆਮੀਨ ਕਹਿ ਸਕਦੇ ਆ? ਜਿਹਨੂੰ ਇਹ ਛੂ ਸਕਦਾ ਹੈ, ਜਿਹਦੇ ਨਾਲ ਗੱਲਾਂ ਕੀਤੀਆਂ ਜਾ ਸਕਦੀਆਂ ਸਨ, ਜਿਹਦੀ ਛਾਤੀ ਤੇ ਸਿਰ ਰੱਖ ਕੇ ਸੋਇਆ ਜਾ ਸਕਦਾ ਸੀ, ਜਿਸ ਨੂੰ ਛੂਇਆ ਜਾ ਸਕਦਾ ਹੈ। ਇਹ ਪਰਮੇਸ਼ਵਰ ਹੀ ਸੀ ਜੋ ਮਨੁੱਖ ਬਣਿਆ, ਨੇੜੇ ਦਾ ਰਿਸ਼ਤੇਦਾਰ ਬਣਿਆ। ਕਾਹਦੇ ਲਈ? ਛੁਟਕਾਰਾ ਦੇਣ ਦੇ ਲਈ। ਅਬਰਾਹਮ ਕਹਿ ਰਿਹਾ ਕਿ ਰੂਥ ਦੀ ਕਿਤਾਬ ਇਹਦੀ ਬਹੁਤ ਸੋਹਣੀ ਤਸਵੀਰ ਦੱਸਦੀ ਹੈ। ਆਓ ਫਿਰ ਉਸ ਰੂਥ ਦੀ ਕਿਤਾਬ ਨੂੰ ਦੇਖੀਏ ਜੋ ਅਸੀਂ ਪੜ੍ਹਿਆ। ਹੁਣ ਛੁਟਕਾਰੇ ਦਾ ਮਤਲਬ ਹੈ, ਅਬਰਾਹਮ ਨੇ ਦੱਸਿਆ ਕਿ ਛੁਟਕਾਰੇ ਦਾ ਮਤਲਬ ਹੈ ਕਿਸੇ ਚੀਜ਼ ਦਾ ਵਾਪਸ ਆਪਣੀ ਮੂਲ ਹਾਲਤ ਵਿੱਚ ਜਾਣਾ। ਉਹ ਧਿਆਨ ਨਾਲ ਸੁਣਿਓ, ਉਹ ਧਿਆਨ ਨਾਲ ਸੁਣਿਓ। ਛੁਟਕਾਰੇ ਦਾ ਮਤਲਬ ਹੈ ਕਿਸੇ ਚੀਜ਼ ਦਾ ਆਪਣੀ ਮੂਲ ਹਾਲਤ ਵਿੱਚ ਵਾਪਸ ਜਾਣਾ। ਹਾਲੇਲੂਇਆ। ਯਾਨੀ ਚੀਜ਼ ਦਾ ਬਹਾਲ ਹੋ ਜਾਣਾ, ਜਿੱਥੋਂ ਆਈ ਸੀ ਉੱਥੇ ਹੀ ਜਾਣਾ। ਆਮੀਨ। ਪ੍ਰਭੂ ਦਾ ਨਾਮ ਮਹਿਮਾ ਮਿਲੇ। ਹਾਲੇਲੂਇਆ। ਜੇ ਛੁਟਕਾਰੇ ਦਾ ਮਤਲਬ ਹੈ ਆਪਣੀ ਮੂਲ ਹਾਲਤ ਵਿੱਚ ਵਾਪਸ ਜਾਣਾ, ਤਾਂ ਇਹਦਾ ਮਤਲਬ ਇਹ ਹੈ ਕਿ ਵਾਪਸ ਫਿਰ ਉਹੀ ਜਾ ਰਹੇ ਹਨ ਜਿਹੜੇ ਉੱਥੋਂ ਆਏ। ਇਹਦਾ ਮਤਲਬ ਇਹ ਹੈ ਫਿਰ ਛੁਟਕਾਰਾ ਉਹਨਾਂ ਨੂੰ ਹੀ ਮਿਲੇਗਾ ਜਿਹੜੇ ਉੱਥੋਂ ਆਏ ਸੀ। ਛੁਟਕਾਰਾ ਫਿਰ ਸਭ ਦੇ ਲਈ ਨਹੀਂ ਹੈ, ਛੁਟਕਾਰਾ ਸਿਰਫ ਉਹਨਿਆਂ ਦੇ ਲਈ ਹੀ ਹੈ, ਉਹੀ ਵਾਪਸ ਜਾ ਰਹੇ ਹਨ ਜਿਹੜੇ ਉੱਥੋਂ ਆਏ। ਕਿਉਂਕਿ ਛੁਟਕਾਰੇ ਦਾ ਮਤਲਬ ਹੈ ਵਾਪਸ ਆਪਣੀ ਮੂਲ ਹਾਲਤ ਵਿੱਚ ਜਾਣਾ। ਕਿੰਨੇ ਵਿਸ਼ਵਾਸ ਕਰਦੇ ਆ, ਜਾਣਦੇ ਹਨ ਕਿ ਅਸੀਂ ਪਰਮੇਸ਼ਵਰ ਦੀਆਂ ਸੋਚਾਂ ਚ ਪਾਏ ਜਾਂਦੇ ਸੀਗੇ। ਹਾਲੇਲੂਇਆ। ਮੁੱਢ ਤੋਂ ਹੀ ਪਰਮੇਸ਼ਵਰ ਦੇ ਅੰਦਰ ਸੀ ਤੇ ਜਦ ਹੁਣ ਅਸੀਂ ਇੱਥੇ ਹਾਂ ਹੀ ਵਾਪਸ ਉਸੇ ਚੀਜ਼ ਚ ਜਾ ਰਹੇ ਆ। ਇਹੀ ਛੁਟਕਾਰਾ ਹੈ। ਆਮੀਨ। ਪ੍ਰਭੂ ਦਾ ਨਾਮ ਮਹਿਮਾ ਮਿਲੇ ਕਿ ਉੱਥੇ ਸਿਰਫ ਉਹੀ ਜਾ ਰਿਹਾ ਹੈ ਜਿਹੜਾ ਉੱਥੋਂ ਆਇਆ। ਹੋਰ ਕੋਈ ਵੀ ਇਸ ਦਾ ਸਥਾਨ ਨਹੀਂ ਲੈ ਸਕਦਾ, ਹੋਰ ਦੂਜਾ ਕੋਈ ਨਹੀਂ ਜਾ ਸਕਦਾ। ਰੂਥ ਦੀ ਕਿਤਾਬ ਇਹ ਸਾਨੂੰ ਬਹੁਤ ਸੋਹਣਾ ਦੱਸਦੀ ਹੈ। ਅਸੀਂ ਹੁਣੇ ਪੜ੍ਹਿਆ ਕਿ ਇੱਕ ਬੰਦਾ ਸੀਗਾ ਅਲੀਮਲਕ। ਆਮੀਨ। ਉਹਦੀ ਪਤਨੀ ਦਾ ਨਾਮ ਨੋਮੀ ਸੀ। ਉਹਦੇ ਦੋ ਪੁੱਤਰ ਸਨ, ਮਹਿਲੋਨ ਤੇ ਕਿਲਿਓਨ। ਇਹ ਤੇ ਬਹੁਤ ਜ਼ਿਆਦਾ ਲੰਬਾ ਨਹੀਂ ਜਾਣਾ ਚਾਹੁੰਦੇ, ਤੁਸੀਂ ਇਹਦੇ ਬਾਰੇ ਸੁਣਿਆ ਹੈ। ਉਹਨੇ ਕੀ ਕੀਤਾ? ਉਹਨੇ ਬੈਤਲਹਮ ਨੂੰ ਛੱਡ ਕੇ ਮੁਆਬ ਚ ਚਲਾ ਗਿਆ। ਬੈਤਲਹਮ ਰੋਟੀ ਦਾ ਘਰ ਹੈ। ਬੈਤਲਹਮ ਵਚਨ ਹੈ। ਰੋਟੀ ਕੀ ਹੈ? ਪਰਮੇਸ਼ਰ ਦਾ ਵਚਨ। ਕਿਉਂਕਿ ਯਿਸੂ ਨੇ ਖੁਦ ਕਿਹਾ ਮਨੁੱਖ ਨੇ ਰੋਟੀ ਦੇ ਨਾਲ ਹੀ ਨਹੀਂ ਬਲਕਿ ਹਰ ਇੱਕ ਉਸ ਵਚਨ ਨਾਲ ਜਿਉਂਦਾ ਰਹੇਗਾ ਜੋ ਪਰਮੇਸ਼ਰ ਦੇ ਮੂੰਹ ਚੋਂ ਨਿਕਲਦਾ ਹੈ। ਬੈਤਲਹਮ ਦਾ ਮਤਲਬ ਹੈ ਪਰਮੇਸ਼ਰ ਦੀ ਰੋਟੀ ਦਾ ਘਰ। ਹਾਲੇਲੂਇਆ। ਤੇ ਮਨੁੱਖ ਜਦੋਂ ਬੈਤਲਹਮ ਚ ਕਾਲ ਪਿਆ, ਜਦੋਂ ਹਾਲਾਤ ਖਰਾਬ ਹੋਏ ਉੱਥੇ, ਕਿ ਉੱਥੇ ਬੈਤਲਹਮ ਨੂੰ ਛੱਡ ਕੇ ਮੁਆਬ ਚਲਾ ਗਿਆ। ਮੁਆਬ ਮੂਰਤੀ ਪੂਜਕਾਂ ਦਾ ਦੇਸ਼ ਸੀਗਾ। ਔਰ ਇੱਕ ਮਨੁੱਖ ਨੂੰ ਕਦੇ ਵੀ ਵਚਨ ਨੂੰ ਛੱਡ ਕੇ ਜਾਂ ਮਸੀਹਤ ਨੂੰ ਛੱਡ ਕੇ ਜਾਂ ਲਹੂ ਦੇ ਨਾਲ ਛੁਡਾਈ ਹੋਈ ਕਲੀਸਿਆ ਨੂੰ ਛੱਡ ਕੇ ਬਾਹਰ ਨਹੀਂ ਦੌੜਨਾ ਚਾਹੀਦਾ। ਜਦੋਂ ਇਹ ਬੰਦਾ ਬਾਹਰ ਦੌੜਿਆ ਤਾਂ ਉੱਥੇ ਜਾ ਕੇ ਦੀ ਮੌਤ ਹੋ ਗਈ। ਹੋ ਸਕਦਾ ਇਹ ਸੋਚਦਾ ਹੋਏ ਕਿ ਮੇਰੀ ਗਰੀਬੀ ਉੱਥੇ ਜਾ ਕੇ ਮੁੱਕ ਜਾਏਗੀ,
ਇੱਥੇ ਤਾਂ ਕਾਲ ਪਿਆ ਹੈ, ਉੱਥੇ ਵਧੀਆ ਬਿਜ਼ਨਸ ਚੱਲੇਗਾ, ਕੰਮ ਕਾਜ ਠੀਕ ਚੱਲੇਗਾ, ਲੇਕਿਨ ਉਹ ਨਹੀਂ ਜਾਣਦਾ ਸੀ ਉਹ ਬੈਤਲਹਮ ਨੂੰ ਛੱਡ ਰਿਹਾ ਹੈ। ਬਹੁਤ ਸੋਹਣੀ ਸਟੋਰੀ ਹੈ, ਥੋੜੀ ਲੰਬੀ ਹੋਵੇਗੀ ਪਰ ਤੁਸੀਂ ਧਿਆਨ ਨਾਲ ਸੁਣੋ। ਆਮੀਨ। ਇਹਨੇ ਬੈਤਲਹਮ ਨੂੰ ਛੱਡਿਆ ਔਰ ਮੁਆਬ ਚਲਾ ਗਿਆ। ਮੁਆਬ 'ਚ ਜਾ ਕੇ ਇਹਦੀ ਮੌਤ ਹੋ ਗਈ। ਬੈਤਲਹਮ ਨੂੰ ਛੱਡ ਕੇ ਤੁਸੀਂ ਕਦੇ ਵੀ ਠੀਕ ਨਹੀਂ ਰਹਿ ਸਕਦੇ। मत सोचो कि बैतलहम ਨੂੰ ਛੱਡ ਕੇ ਤੁਸੀਂ ਕੁਝ ਪ੍ਰਾਪਤ ਕਰ ਸਕਦੇ ਹੋ। ਯਿਸੂ ਮਸੀਹ ਨੇ ਕਿਹਾ ਮੇਰੇ ਤੋਂ ਵੱਖਰੇ ਹੋ ਕੇ ਤੁਸੀਂ ਕੁਝ ਨਹੀਂ ਕਰ ਸਕਦੇ। ਕਿੰਨੇ ਆਮੀਨ ਕਹਿ ਸਕਦੇ ਆ? ਹਾਲੇਲੂਇਆ। ਜਦ ਇੱਕ ਵਾਰ ਤੁਸੀਂ ਉਹ ਬਪਤਿਸਮਾ ਲਿਆ ਜਾਂ ਮਸੀਹ ਚਾਹੇ ਜਾਂ ਕਲੀਸਿਆ ਚਾਹੇ, ਬਬਰਾਨਮ ਨੇ ਕਿਹਾ ਲਹੂ ਤਦ ਤੱਕ ਤੁਹਾਡੀ ਰਾਖੀ ਕਰਦਾ ਹੈ ਜਦ ਤੱਕ ਤੁਸੀਂ ਕਲੀਸਿਆ ਚ ਹੁੰਦੇ ਹੋ। ਔਰ ਇਹ ਆਪਣੀ ਸਮੇਂ ਦੇ ਨਾਲ ਉਹਨੂੰ ਛੱਡ ਕੇ ਚਲ ਗਿਆ। ਉੱਥੇ ਜਾ ਕੇ ਇਹਦੀ ਮੌਤ ਹੋ ਗਈ। ਉਸ ਤੋਂ ਬਾਅਦ ਇਹਦੇ ਦੋ ਪੁੱਤਰ ਸਨ जिन्होंने शादियां कीतियां। एक पुत्र ने शादी की आरपा दे नाल, दूसरे ने शादी की रूथ दे नाल। हुण नोमी दे कोल जेहड़ी ओरी अलीमलक दी पत्नी सीगी, ओदे कोल 4 जी सन, 2 दे पुत्र 2 नूह। आमीन। तां फिर कुछ सालां दे विच ओरे 2 पुत्र भी मर जांदे हैं। बहुत ध्यान नाल सुणो। महलियोन ते किलियोन भी मर गए। हुण पिछे कौन बचिया? नोमी ते ओदियां 2 नूह। उजड़ गया सब कुछ। पहला पति मरिया, उस तो बाद 2 जवान पुत्र मर गए, 3 विधवावां घर दे अंदर। ओ भैणो भरावो, इसलिए कदे भी मसीह नूं छड्डना नहीं है, कदे भी वचन नूं छड्डना नहीं। हालात चाहे कुछ भी क्यों ना होण, बैतलहम दे विच ठहरे रहो। ये परमेश्वर दी रोटी दा घर आ, इत्थे बहाली होएगी होएगी। कभी भी इत्थों परेशान हो के दौड़ ना जाओ। किन्ने आमीन कह सकते हैं? क्योंकि रोटी जीवन दिंदी है। और यीशु मसीह ने कहा मैं जीवन दी रोटी हां, कि उन्हें छड्ड के मौत च जाओगे। और यही गलती इन्होंने की थी। समझ रहे हो? तक कुछ समय के बाद इन्होंने पता चलिया कि हुण बैतलहम बहाल हो गया। परमेश्वर ने अपने लोगों को रोटी दी है। जब मसीह च हाथ तंगियां, मुसीबतां, परेशानियां, बीमारियां, हालात खराब हो सकते हैं, लेकिन ये नहीं कि परमेश्वर जीवन बहाल नहीं करेगा। इस तरह उसने बैतलहम नूं बहाल किया। ध्यान नाल सुनो। आमीन। जब उन्होंने सुनिया कि बहाली उत्थे हो गई, तां हुण नोमी वापस जाना चाहती। नोमी वापस अपने देश मुड़ना चाहती। हुण सब कुछ इत्थे उजड़ गया सीगा। दोवें पुत्र भी मर गए, पति भी मर गया। नोमी जब वापस चली तो ओदियां 2 नूहां भी ओदे नाल सन, आरपा और रूथ। बबरानम ने क्या आरपा एक ठंडी गुणगुणी कलीसिया दा टाइप है। आप विश्वासी कवांगे क्योंकि कलीसिया च विश्वासी हुंदे हैं। आरपा एक सुस्त जे विश्वासी दा नमूना है, जेड़ा कदे ठंडा और कदे तत्ता, जेड़ा कदे बेदारी च और कदे ठोस। आमीन। लेकिन दूसरे पासे रूथ है जेड़ी दुल्हन दा नमूना है। बहुत ध्यान नाल सुनियो। एक कहानी बबरानम ने कहा, रूथ दी किताब सानू छुटकारे दी योजना नूं दसदी है। रूथ दी जेड़ी तस्वीर है महत्वपूर्ण इस दृश्य नूं खोलदी है कि किवें छुटकारा हुंदा है, किदा हुंदा है, किदां हुंदा है, कौन करदा है, कौन दसदा? रूथ दी किताब। आमीन। हालेलुया। और जदों नोमी वापस चली, हुण इहदे दोवें पुत्र मर चुके हैं। हुण जिथे देश च वापस मुड़ना, उत्थे जाके तंगियां ही होणगियां, क्योंकि गरीबी है, पति भी मर चुका, पुत्र भी मर चुका। हुण हालात कौन देखेगा? हालेलुया। एक विधवा बुढ़ी दे नाल जिंदगी किद्दां कट्टी जावेगी? किन्ने आमीन कह सकते हैं? हालेलुया। वो नोमी रोंदी है कि उन्होंने दोवां नूं कहंदी है कि तुसीं अपने अपने घर मुड़ जाओ, अपने घरां च वापस चले जाओ, अपने देवतियां च वापस चले जाओ, क्योंकि हुण मेरा ते कोई पति नहीं जेड़ा मैं बच्चे पैदा करके जब तक वड्डे होणगे की उड़ीकोगियां, इसलिए तुसीं चले जाओ। तो बाइबल दसदी है कि आरपा थोड़ी जी रोई, अपनी सस नूं चुम्मिया ते वापस अपने देवतियां दे कोल मुड़ गई। वापस अपने देवतियां दे कोल। अज जिन्ने पिछे मुड़दे हो सारी आरपा दी तस्वीर है। सारी आरपा वांगू गुणगणे ठंडे बेप्रतीते हैं।
हालेलुया। दुल्हन असली फैसले करती है। और भैनों भरावो मैं दसना चाहता कि बंदा फैसले नहीं करता, फैसला ਉਹਦੇ अंदर बीज करता है। ਜਿਹਦੇ ਅੰਦਰ परमेश्वर ਦਾ बीज नहीं, वो कदे भी सच्चे फैसले नहीं कर सकता, वो कदे भी कठोर फैसले नहीं कर सकता। करे भी बबराम ने क्या, रूथ ने क्लियर कट फैसला लिया, हाँ तौबा करनी है तो करनी है, तो किसने लेना तो लेना, किसी ने चलना तो चलना। मैं नहीं सोचांगी, देखांगी, आ करांगी, वो करांगी, ये आरपा का ड्रामा है। लेकिन रूथ ड्रामेबाजी नहीं करती। रूथ बबराम ने क्या, ने क्लियर कट फैसला लिया, और एक सच्चा विश्वासी क्लियर कट फैसला लेता है। जे तुम चलना चाहते हो तो हाँ करो, आना चाहते हो तो आओ, जे वापस मुड़ना चाहते हो तो मुड़ जाओ। लेकिन ये ना को मैं सोचा, मैं देखा, मैं आ करांगी, मैं वो करांगी। इदा उन्हें क्या, एक सच्चा विश्वासी क्लियर कट फैसला लेता होता है। रूथ ने लिया, जिथे तू जाएगी उथे मैं जाऊंगी, तेरे लोग को मेरे लोग, मेरा तेरा परमेश्वर हो मेरा परमेश्वर। जिथे तू मरेगी उथे मैं मरांगी, जिथे तू दबी जाएंगी उथे मैं दबी जाऊंगी। और मैंने लगता है यही समय है क्लियर कट फैसले लेने वाला, कि हुण भी सिर फड़ के बैठन दा समय आ। सोचांगे ये आरपा दा काम है सोचण सचाण दा, लेकिन आमीन रूथ क्लियर कट फैसला लेती है कि तुम चलना चाहते हो, प्रभु दा नाम महिमा मिले। आमीन। की ਤੁਹਾਡਾ फैसला ਤੁਸੀਂ ਆਪਣੀ ਸਲੀਵ ਚੁੱਕ ਕੇ ਪਿੱਛੇ ਚੱਲਣਾ ਚਾਹੁੰਦੇ ਹੋ, नहीं तो मौका है भी जा सकते, क्योंकि हुण एंड समा है, अगे बहुत बड़ा प्रेशर आ रहा है, बहुत बड़ा दबाव आ रहा है। मसीह असली कलीसिया उत्ते एक प्रेशर आ रहा है, सारी दुनिया रल के उहते दबाव पावेगी। तुहानू हुणे दस देना चाहते, तुसीं जे तुसीं जाना चाहते घर तुसीं छड्ड के चर्च जा सकते हो। हालेलुया। अगे हालात होर खराब हो सकते हैं, जे कोई हुणे पीछे मुड़ना चाहता हो जा सकता है। हालेलुया। कितने पीछे मुड़ना चाहते हैं, कोई भी नहीं, नाम में मिली था। हालेलुया। तैयार हो जो मैं कह रहा है, किसी ने क्या जेड़ा मेरे पीछे आना चाहता अपनी स्लीव चुके। हालेलुया। गल ये नहीं अपना बाइबल वाला बैग चुके, वो अपनी स्लीव चुके अपने आप का इनकार करे। जे भी अपने आप का इनकार नहीं कर सकते तो तुम पीछे मुड़ सकते हो, और जे भी अपने आप का इनकार कर सकते हो तो आओ फिर मेरे पीछे आओ, तुरो। किने रूथ वांगू फैसला लेना चाहते हैं। हालेलुया। मैं कह रहा कि बीज फैसला लेंदा है। आमीन। प्रभु दा नाम महिमा मिले। एक चिकड़ चो कमल दा फुल दिखिया। एक कमल दा फुल क्यों दिखिया, क्योंकि थल्ले बीज सीगा, और बीज के अंदर पावर हुंदी है हालातां दे नाल लड़न दी। वो बीज ही गारे नूं पिछे करदा है, वो बीज ही सारे गंद मन चों निकल के अगे आंदा है। यानी फैसला कौन लेंदा, बीज। आमीन आमीन। कि इधर फ्लाईओवर ते जाओ, अपने बाईपास वाला फ्लाईओवर सरने तो पहला जिथे वो कट जिहा बनया है तां साबीत हो के, कि उस फ्लाईओवर की दीवार च देखो बहुत सोहने सोहने बूटे लगे आ कंधां दे विच। उत्थे किन्ने उगाए जाके, किन्ने पानी दिता, पर वो कित्थों आए, क्योंकि उत्थे दीवार च किते मिट्टी सी और मिट्टी च बीज सीगा, और बीज ने फ्लाईओवर दे विचों दी सुंदरता कट दिखाई। जेकर उधर जाओ तो ध्यान दे से बीज फैसले लेंदा हुंदा है। जिहदे अंदर वो परमेश्वर दा बीज नहीं हैगा तो उहनूं जिन्नी मर्जियां थापियां दो, जिन्ना मर्जी उहनूं समझाओ, उहने वो काम करनों नहीं हटना जेड़ा वो करदा हुंदा सी। लेकिन रूथ की गल कर रहे छुटकारे दी, इन्हें छुटकारा पाना एवें छुटकारा नहीं हो जाता। ती रूथ की जिंदगी ने देखो। हालेलुया। प्रभु दा नाम महिमा मिले। किदे अंदर फैसले करन दी सामर्थ हुंदी है, बीज दे अंदर। जे तुहाडे अंदर बीज है तां तुसीं फिर वचन लई फैसला लोगे, जे नहीं है फिर किहड़ी चीज तुहाडे अंदर फैसला दवाएगी, कोई नहीं। मैं ठीक बोल रहे हैं। हालेलुया। लोक के अंदर बीज सीगा, उन्हें फैसला किया चाहे कोई चले या ना चले, लेकिन मैं परमेश्वर में चलांगा। अब्राहम के अंदर बीज सी,
ਕਿਹਨੇ ਜਾਣਦੇ ਅਬਰਾਹਮ ਦੇ ਅੰਦਰ ਬੀਜ ਸੀ, ਅਬਰਾਹਮ ਦੇ ਅੰਦਰ ਇਹ ਸੀ। ਇਸ ਲਈ ਅਬਰਾਹਮ ਨੇ ਫੈਸਲਾ ਕੀਤਾ ਕਿ ਮੈਂ ਆਪਣੇ ਲੋਕ ਛੱਡ ਦਵਾਂਗਾ, ਆਪਣੇ ਰਿਸ਼ਤੇਦਾਰ ਛੱਡ ਦਵਾਂਗਾ, ਆਪਣਾ ਦੇਸ਼ ਛੱਡ ਦਵਾਂਗਾ, ਪਰ ਮੈਂ ਯਹੋਵਾ ਨਾਲ ਚੱਲਾਂਗਾ। ਹਾਲੇਲੂਇਆ। ਮੂਸਾ ਕੋ ਇਹ ਫੈਸਲਾ ਕਿੰਨੇ ਕਰਾਇਆ ਕਿ ਮਹਿਲ ਛੱਡ ਦੇ, ਚਿੱਕੜ ਚ ਚਲ ਜਾ? ਉਸ ਬੀਜ ਨੇ। ਯਹੋਸ਼ੂਆ ਕੇ ਫੈਸਲਾ ਕਿੰਨੇ ਕਰਾਇਆ? ਕਲੇਬ को फैसला किन्ने करवाया? रहाब दे कोरे फैसला किन्ने कराया? सदरक मेशक अबेदनगो नु किन्ने खड़े रखया? दानियल नु किसने खड़े रखया? पतरस पौलुस याकूब यूहन्ना उन्हां नु किन्ने खड़े रखया? सत्तां दूतां नु किन्ने खड़े रखया? इस युग दे नबी नु किन्ने खड़े रखया? तां फिर हुण भी वही खड़े होणगे जिन्हां दे अंदर वही बीज होएगा। जे तुहाडे अंदर बीज है, बीज हर एक तरह के हालात नूं पार कर जाता है। मेरे भैणों भरावो, आरपा ने सोचा कि शायद अगे परेशानियां आनियां, हालात माड़े होने, फिर इस तो पहले कि उत्थे जाके नहीं फसना, हुणी पिछे मुड़ जाओ, और पिछे मुड़ गई, लेकिन रूथ नहीं मुड़ी। रूथ अगे बढ़ती है। हालेलुया, आमीन। क्योंकि रूथ नूं छुटकारा चाहिदा है। रूथ ठहराई हुई दुल्हन दा नमूना है। प्रभु दा नाम नूं महिमा मिले। और अपनी बाइबल नूं देखदे हो, नोमी ते रूथ फिर वापस चलण दा फैसला करदियां है, क्योंकि नोमी बहुत रूथ नूं कहदी कि तू वापस चल जा, पर वो नहीं जांदी। फिर आखिर रूथ ते नोमी बैतलहम च वापस आंदे हैं। हालेलुया, आमीन। रूथ जेडी पराई जातियां दी सी, मूर्ति पूजा वाली सीगी, वो वापस बैतलहम च आ गई, परमेश्वर दे रोटी दे घर दे विच। ये पराई जातियां दी कलीसिया है। ਇਹ ਜਿਹੜੇ ਮੂਰਤੀ ਪੂਜਕ ਪਿਛੋਕੜ ਵਾਲੇ ਹਾਂ, ਕਿਸੇ ਤਰ੍ਹਾਂ ਹਾਲਾਤ ਬਣੇ ਤੇ ਪਰਮੇਸ਼ਰ ਸਾਨੂੰ ਇਸ ਬੈਤਲਹਮ ਚ ਲੈ ਕੇ ਆਇਆ ਹੈ, ਸਾਨੂੰ ਵਚਨ ਚ ਲੈ ਕੇ ਆਇਆ ਹੈ। ਉਹ ਰੂਥ ਅਸੀਂ ਹਾਂ। ਹਾਲੇਲੂਇਆ, ਪ੍ਰਭੂ ਦਾ ਨਾਮ ਮਹਿਮਾ ਮਿਲੇ। ਆਮੀਨ। ਪ੍ਰਭੂ ਦਾ ਧੰਨਵਾਦ ਹੋਏ। ਹਾਲੇਲੂਇਆ। ਹੁਣ ਵਾਪਸ ਆ ਗਈ ਤਾਂ ਹੁਣ ਜੋ ਕੁਛ ਨੋਮੀ ਦੀ ਜਗ੍ਹਾ ਸੀਗੀ, ਜਾਂ ਜੋ ਕੁਛ ਨੋਮੀ ਦੀ ਮਿਰਾਸ ਸੀਗੀ, ਉੱਥੇ ਵਿਰਸਾ ਸੀਗਾ, ਉਹਨੂੰ ਹੁਣ ਛੁਡਾਉਣਾ ਪੈਣਾ ਸੀ। ਉਹਨੂੰ ਛੁਡਾਉਣਾ ਪੈਣਾ ਸੀਗਾ। ਹਾਲੇਲੂਇਆ। ਹੁਣ ਕੋਈ ਚਾਹੀਦਾ ਸੀ ਜੋ ਨੋਮੀ ਔਰ ਰੂਥ ਦੋਵਾਂ ਨੂੰ ਛੁਡਾਏ। ਤੁਸੀਂ ਬਾਈਬਲ ਨੂੰ ਪੜ੍ਹੋਗੇ, ਅਗਰ ਤੁਸੀਂ ਦੇਖੋਗੇ ਤਾਂ ਇੱਕੋ ਹੀ ਸਮੇਂ ਉੱਤੇ ਦੋਵੇਂ ਵਾਪਸ ਆਉਂਦੀਆਂ। ਇੱਕੋ ਹੀ ਸਮੇਂ ਉੱਤੇ ਦੋਵੇਂ ਵਾਪਸ ਆਉਂਦੀਆਂ। ਔਰ ਇਹ ਸਮਾਂ ਵਾਢੀ ਦਾ ਵੇਲਾ ਹੁੰਦਾ ਹੈ। नोमी इज़राइल है, अब्राहम ने कहा नोमी इज़राइल दा नमूना है, रूथ पराई जातियां दी कलीसिया दा नमूना है। हालेलुया, प्रभु दा धन्नवाद होए। आमीन। तानू पता है कि इज़राइल देश उजड़ चुका सी, इज़राइल देश खिलर चुका सीगा। आमीन। दुनिया भर दे विच, क्योंकि उन्होंने मसीह दे परमेश्वर दे पुत्र नूं सलीब उत्ते चाढ़िया, लहू लहान करके पूरी दुनिया दे खिंडा दिते गए। लेकिन परमेश्वर का वादा सीगा कि नोमी भी अपने देश च वापस आंदी है, रूथ भी इक्को ही समय उत्ते। और 1947 के लगभग इज़राइल देश यहूदी फिर तो अपने देश च वापस मुड़े। हालेलुया। और फिर तो एक देश बनया इज़राइल, नोमी। और जिस समय नोमी इज़राइल देश बन रहा सीगा, उस समय उन्हां दिनां च परमेश्वर ने इस पराई जातियां दे लई, रूथ दे लई एक नबी खड़ा कीता सीगा। उन्हां दिनां च जदों इज़राइल वापस मुड़ रहा सी, उन्हां ही दिनां च नबी भी सेवकाई उठ रहा सीगा। इक्को ही समय ते रूथ ते नोमी दी बहाली हो रही सी। किने आमीन कह सकते हैं? हालेलुया, प्रभु दा नाम महिमा मिले। हुण रूथ ठहराई हुई है छुटकारे दे लई। रूथ ठहराई हुई है। और सानू छुटकारे तक किहड़ी चीज लेके आंदी? आज्ञाकारी। जदों असीं वचन दी आज्ञाकारी नहीं करदे, असीं कदे असली छुटकारा नहीं पा सकदे, रैप्चर नहीं पा सकदे। रैप्चर एक कंडीशन है, स्वर्ग ते उठाए जाना, एक महान स्थिति है। अपने आप ਨੂੰ ਇਹ ਤੋਲਣ ਦਾ ਸਮਾਂ ਹੈ, ਕਿਉਂਕਿ ਜਦੋਂ ਰੂਥ ਦਾ ਜੀਵਨ ਤੁਸੀਂ ਪੜ੍ਹਦੇ ਹੋ ਤਾਂ ਉਹ ਆਗਿਆਕਾਰੀ ਦੇ ਰਾਹੀਂ ਅੱਗੇ ਵਧੀ। ਤੇ ਉਹਦੇ ਬਾਰੇ ਪੜ੍ਹੋ ਜਰੂਰ। ਰੂਥ ਦੀ ਕਿਤਾਬ 4 ਅਧਿਆਏ ਹੈ, ਤੇ ਜਰੂਰ ਇਹਨਾਂ ਨੂੰ ਦੇਖੋ। ਰੂਥ ਨੇ ਹਰ ਇੱਕ ਗੱਲ 'ਚ ਆਗਿਆਕਾਰੀ ਕੀਤੀ। ਸੋ ਹੁਣ ਕੋਈ ਵੀ ਸੁਸਤੀ ਨਾ ਪਾਇਓ। ਰੂਥ ਹਰ ਗੱਲ 'ਚ ਆਗਿਆਕਾਰੀ ਕਰਦੀ ਰਹੀ, ਅੱਗੇ ਵਧੀ। ਔਰ ਜਦੋਂ ਅੱਗੇ ਵਧੀ ਤਾਂ ਹੀ ਲਾਸਟ ਤੱਕ ਛੁਟਕਾਰਾ ਪਾ ਸਕੀ।
ਹਾਲੇਲੂਇਆ ਪ੍ਰਭੂ ਦਾ ਨਾਮ ਮਹਿਮਾ ਮਿਲੇ ਆਮੀਨ ਕੀ ਹੁੰਦਾ ਹੈ ਕਿ ਜਦੋਂ ਵਾਪਸ ਆ ਗਏ ਅਸੀਂ ਬਹੁਤ ਜ਼ਿਆਦਾ ਲੰਬਾ ਨਹੀਂ ਇਸ ਨੂੰ ਦੇਖ ਸਕਦੇ। ਨੋਮੀ ਫਿਰ ਰੂਥ ਨੂੰ ਕਹਿੰਦੀ ਆ ਕਿ ਤੂੰ ਏਦਾਂ ਕਰ, ਉਹ ਫਲਾਣੇ ਖੇਤਾਂ 'ਚ ਜਾ। ਹਾਲੇਲੂਇਆ ਉਹ ਰੂਥ ਨੂੰ ਖੇਤਾਂ 'ਚ ਭੇਜਦੀ ਹੈ। ਆਮੀਨ ਔਰ ਉਹਨੂੰ ਦੱਸਦੀ ਹੈ ਕਿ ਇਹ ਖੇਤ ਬੋਆਜ਼ ਦੇ ਖੇਤ ਹਨ। ਬੋਆਜ਼ ਉੱਥੇ ਇੱਕ ਮਨੁੱਖ ਦਾ ਨਾਮ ਸੀਗਾ। ਹਾਲੇਲੂਇਆ ਔਰ ਨੋਮੀ ਨੇ ਉਹਨੂੰ ਦੱਸਿਆ ਕਿ ਇਹ ਨੇੜੇ ਦਾ ਰਿਸ਼ਤੇਦਾਰ ਆ ਸਾਡਾ, ਇਹ ਸਾਡੇ ਲਈ ਜ਼ਰੂਰ ਛੁਟਕਾਰਾ ਕਰ ਸਕਦਾ ਹੈ। ਹਾਲੇਲੂਇਆ ਪ੍ਰਭੂ ਦਾ ਨਾਮ ਮਹਿਮਾ ਮਿਲੇ। ਉਹ ਖੇਤਾਂ 'ਚ ਭੇਜਦੀ ਹੈ। ਆਮੀਨ ਔਰ ਉਹ ਖੇਤ ਬੋਆਜ਼ ਦੇ ਨਿਕਲਦੇ ਆ। ਪ੍ਰਭੂ ਦਾ ਧੰਨਵਾਦ ਹੋਏ। ਹਾਲੇਲੂਇਆ ਔਰ ਨੋਮੀ ਦੇ ਕਹਿਣ ਤੇ ਰੂਥ ਜਦੋਂ ਖੇਤਾਂ 'ਚ ਸਿੱਟੇ ਚੁੱਕ ਜਾਂਦੀ ਹੈ। ਆਮੀਨ ਉਹ ਸਿੱਟੇ ਚੁੱਕ ਰਹੀ ਹੁੰਦੀ ਆ ਤੇ ਉੱਥੇ ਬੋਆਜ਼ ਆਂਦਾ ਹੈ, ਖੇਤਾਂ ਦਾ ਮਾਲਕ, ਆਪਣੇ ਖੇਤਾਂ ਨੂੰ ਦੇਖਣ ਦੇ ਲਈ, ਆਪਣੇ ਨੌਕਰਾਂ ਚਾਕਰਾਂ ਨੂੰ ਦੇਖਣ ਦੇ ਲਈ, ਆਪਣੇ ਸੇਵਾਦਾਰਾਂ ਨੂੰ, ਆਪਣੇ ਵਾਢਿਆਂ ਨੂੰ ਦੇਖਣ ਦੇ ਲਈ। ਉਹ ਜਦੋਂ ਆਪਣੇ ਵਾਢਿਆਂ ਤੇ ਨਜ਼ਰ ਮਾਰਨ ਦੇ ਲਈ ਆਉਂਦਾ ਹੈ ਤਾਂ ਉੱਥੇ ਇੱਕ ਜਵਾਨ ਕੁੜੀ ਨੂੰ ਦੇਖਦਾ ਹੈ। ਉਹ ਕੁੜੀ ਰੂਥ ਹੁੰਦੀ ਹੈ। ਹਾਲੇਲੂਇਆ ਪ੍ਰਭੂ ਦਾ ਨਾਮ ਮਹਿਮਾ ਮਿਲੇ। ਉਹ ਕੁੜੀ ਕੌਣ ਹੈ? ਧਿਆਨ ਦਿਓ, ਰੂਥ ਜਿਹੜੀ ਪਰਾਈ ਜਾਤੀਆਂ ਦੀ ਸੀ, ਉੱਥੋਂ ਫੈਸਲਾ ਲੈ ਕੇ ਜਦੋਂ ਬੈਤਲਹਮ ਚ ਆਈ ਤਾਂ ਇੱਥੇ ਉਹਨੂੰ ਇੱਕ ਨੇੜੇ ਦਾ ਰਿਸ਼ਤੇਦਾਰ ਮਿਲਦਾ ਆ। ਉਹ ਨੇੜੇ ਦਾ ਰਿਸ਼ਤੇਦਾਰ ਬੋਆਜ਼ ਹੈ। ਆਮੀਨ ਬੋਆਜ਼ ਨੋਮੀ ਹੁਣਾਂ ਦਾ ਨੇੜੇ ਦਾ ਰਿਸ਼ਤੇਦਾਰ ਸੀਗਾ। ਹਾਲੇਲੂਇਆ ਨਜ਼ਦੀਕ ਦਾ ਰਿਸ਼ਤੇਦਾਰ, ਇੱਕੋ ਹੀ ਚੀਜ਼। ਉਹ ਜਦੋਂ ਰੂਥ ਖੇਤਾਂ 'ਚ ਜਾਂਦੀ ਆ ਨੋਮੀ ਦੇ ਕਹਿਣ ਉੱਤੇ ਕਿ ਉਹ ਖੇਤ ਬੋਆਜ਼ ਦੇ ਨਿਕਲਦੇ ਆ। ਪ੍ਰਭੂ ਦਾ ਨਾਮ ਮਹਿਮਾ ਮਿਲੇ। ਜੇ ਉਹਨੇ ਨੋਮੀ ਦੀ ਆਗਿਆਕਾਰੀ ਕਰਕੇ ਖੇਤਾਂ ਤੱਕ ਗਈ ਸਿੱਟੇ ਚੁਗਣ ਦੇ ਲਈ ਤੇ ਉਹ ਉੱਥੇ ਤੱਕ ਆ ਗਈ ਜਿੱਥੇ ਨੇੜੇ ਦਾ ਰਿਸ਼ਤੇਦਾਰ ਸੀਗਾ। ਪ੍ਰਭੂ ਦਾ ਨਾਮ ਮਹਿਮਾ ਮਿਲੇ। ਰੂਥ ਕਲੀਸਿਆ ਦਾ ਨਮੂਨਾ ਹੈ। ਸਿੱਟੇ ਚੁਗਣਾ, ਵਚਨ ਲੈਣਾ ਹੈ। ਉਹ ਸਿੱਟੇ ਚੁਗ ਰਹੀ ਸੀ, ਮਿਹਨਤ ਕਰ ਰਹੀ ਖੇਤ। ਉਸ ਨੂੰ ਤੋਂ ਪਤਾ ਵੇਲਾ ਹੋਏ, ਉਹ ਗਰਮੀ ਦਾ ਸਮਾਂ ਹੋਵੇ, ਕਿਉਂਕਿ ਵਾਢੀ ਗਰਮੀਆਂ 'ਚ ਹੀ ਰਹਿਣਾ ਉਹਦੀ ਹੁੰਦੀ ਹੈ। ਹਾਲੇਲੂਇਆ ਗਰਮੀ 'ਚ ਮਿਹਨਤ ਕਰ ਰਹੀ, ਉਹ ਸਿੱਟੇ ਚੁਗ ਰਹੀ ਹੈ। ਹਾਲੇਲੂਇਆ ਹੁਣ ਜਦੋਂ ਅਸੀਂ ਇੱਥੇ ਬੰਦਗੀ ਤੇ ਆਏ ਹਾਂ, ਅਸੀਂ ਸਿੱਟੇ ਚੁਗ ਰਹੇ ਹਾਂ। ਨਹੀਂ ਆਪਣੇ ਲਈ ਭੋਜਨ ਇਕੱਠਾ ਕਰ ਰਹੇ ਹਾਂ। ਲੋਕੀ ਡਰੇ ਹੋਏ ਆ ਕਿ ਜ਼ਿਆਦਾ ਇਕੱਠੇ ਨਹੀਂ ਹੋਣਾ, ਜ਼ਿਆਦਾ ਇਕੱਠੇ ਨਹੀਂ ਹੋਣਾ, ਜ਼ਿਆਦਾ ਇਕੱਠੇ ਨਾ, ਲੇਕਿਨ ਅਸੀਂ ਵਚਨ ਨੂੰ ਸੁਣਨ ਦੇ ਲਈ ਇੱਥੇ ਇਕੱਠੇ ਹੋਏ ਹਾਂ। ਪ੍ਰਭੂ ਦੇ ਨਾਮ ਮਹਿਮਾ ਮਿਲੇ। ਆਮੀਨ ਹਾਲੇਲੂਇਆ ਅਸੀਂ ਕੀ ਕਰ ਰਹੇ ਹਾਂ? ਸਿੱਟੇ ਇਕੱਠੇ ਕਰ ਰਹੇ ਹਾਂ। ਸਿੱਟੇ ਇਕੱਠੇ ਕਰ ਰਹੇ। ਪ੍ਰਭੂ ਦਾ ਧੰਨਵਾਦ ਹੋਏ। ਜਦੋਂ ਬੋਝ ਉਧਰ ਖੇਤਾਂ ਨੂੰ ਆਇਆ, ਜਦੋਂ ਉਹਨੇ ਦੇਖਿਆ ਕਿ ਜਵਾਨ ਕੁੜੀ ਉਹਦੇ ਖੇਤਾਂ ਚੁਗ ਰਹੀ ਹੈ ਤਾਂ ਉਹਨੇ ਹੋਰ ਕਿਸੇ ਵੱਲੋਂ ਨਹੀਂ ਪੁੱਛਿਆ, ਉਹਨੇ ਕਿਸੇ ਵੱਲ ਧਿਆਨ ਨਹੀਂ ਦਿੱਤਾ। ਉਹ ਸਿੱਧਾ ਰੂਥ ਦੇ ਬਾਰੇ ਪੁੱਛਦਾ ਹੈ। ਔਰ ਰੂਥ ਦੇ ਬਾਰੇ ਕਿਹਨੂੰ ਪੁੱਛਦਾ? ਉਥੋਂ ਦੇ ਵਾਢਿਆਂ ਦੇ ਸਰਦਾਰ ਨੂੰ। ਹਾਲੇਲੂਇਆ ਨਬੀ ਨੇ ਕਿਹਾ ਕਿ ਉਸ ਮਹਾਨ ਪਰਮੇਸ਼ਰ ਨੇ ਵੱਡੇ ਵੱਡੇ ਚਰਚਾਂ ਵੱਲ ਧਿਆਨ ਨਹੀਂ ਦਿੱਤਾ, ਵੱਡੇ ਵੱਡੇ ਪਾਦਰੀਆਂ ਵੱਲ ਧਿਆਨ ਨਹੀਂ ਦਿੱਤਾ, ਉਹਨੇ ਵੱਡੇ ਵੱਡੇ ਬਾਈਬਲ ਕਾਲਜ ਸਕੂਲਾਂ ਸਟੱਡੀਆਂ ਵਾਲਿਆਂ ਵੱਲ ਧਿਆਨ ਨਹੀਂ ਦਿੱਤਾ, ਲੇਕਿਨ ਉਹਦਾ ਧਿਆਨ ਸਿੱਧਾ ਹੀ ਨਿਮਾਣੀ ਜੀ ਰੂਥ ਵੱਲ ਪਿਆ, ਜਿਹੜੀ ਬੜੀ ਨਮਰਤਾ ਔਰ ਆਗਿਆਕਾਰੀ ਔਰ ਇੱਕ ਚਰਿੱਤਰਵਾਨ ਲੜਕੀ ਸੀਗੀ। ਉਹ ਚਰਿੱਤਰ ਦੀ ਵਧੀਆ ਸੀ। ਉਹਨੇ ਨਹੀਂ ਦੇਖਿਆ ਕਿ ਹੁਣ ਮੇਰਾ ਪਤੀ ਹੈ ਨਹੀਂ, ਮੇਰੀ ਸੱਸ ਬੁੱਢੀ ਹੈ ਤੇ ਮੈਂ ਆਪਣੀ ਐਸ਼ ਪ੍ਰਸਤੀ ਕਰ ਸਕਦੀ ਹਾਂ, ਸਮਝ ਲਈ। ਲੇਕਿਨ ਉਹ ਚਰਿੱਤਰ ਵਾਲੀ ਸੀਗੀ, ਉਹ ਕਰੈਕਟਰ ਵਾਲੀ ਸੀਗੀ। ਹਾਲੇਲੂਇਆ ਉਹ ਜਦੋਂ ਕਰੈਕਟਰ ਵਾਲੀ ਬੋਆਜ਼ ਦੇ ਖੇਤਾਂ 'ਚ ਪਹੁੰਚ ਗਈ ਤੇ ਬੋਆਜ਼ ਨੇ ਹੋਰ ਕਿਸੇ ਬਾਰੇ ਨਹੀਂ ਪੁੱਛਿਆ, ਉਹਨੇ ਉਸ ਰੂਥ ਦੇ ਬਾਰੇ ਪੁੱਛਿਆ ਜਿਹੜੀ ਉਹਦੇ ਖੇਤਾਂ 'ਚ ਸੀਗੀ। ਅੱਜ ਵੀ ਪਰਮੇਸ਼ਰ ਹੋਰ ਕਿਸੇ ਉੱਚੀਆਂ ਉੱਚੀਆਂ ਚੀਜ਼ਾਂ ਨੂੰ ਲੰਘ ਜਾਏਗਾ। ਪਰਮੇਸ਼ਰ ਬਹੁਤ ਸੁੰਦਰ ਦਿਖਣ ਵਾਲੀਆਂ ਚੀਜ਼ਾਂ ਨੂੰ ਲੰਘ ਜਾਏਗਾ, ਬਹੁਤ ਸੋਹਣੀਆਂ ਸੁਰੀਲੀਆਂ ਆਵਾਜ਼ਾਂ ਨੂੰ ਲੰਘ ਜਾਏਗਾ, ਉਹ ਵੱਡੇ ਵੱਡੇ ਚਰਚਾਂ ਨੂੰ ਲੰਘ ਜਾਏਗਾ। ਉਹ ਸਿਰਫ ਠਹਿਰੇਗਾ ਤਾਂ ਆਪਣੀ ਰੂਥ ਦੇ ਲਈ, ਆਪਣੀ ਕਲੀਸਿਆ ਦੇ ਲਈ, ਜਿਹਦੇ ਅੰਦਰ ਕਰੈਕਟਰ ਪਾਇਆ ਜਾਂਦਾ ਹੈ, ਜਿਹਦੇ ਅੰਦਰ ਫੈਸਲਾ ਲੈਣ ਦੀ ਸ਼ਕਤੀ ਆ। ਤੇ ਅੱਜ ਤੱਕ ਇਹੀ ਫੈਸਲਾ ਨਹੀਂ ਲੈ ਸਕੇ ਕਿ ਮੈਂ ਆਪਣਾ ਦਸਵੰਧ ਪੂਰਾ ਕੱਢਣਾ, ਤੇ ਹੋਰ ਫੈਸਲਾ ਕਿੱਦਾਂ ਲਓਗੇ?
ਵੀ ਅਜੇ ਤੱਕ ਇਹੀ ਫੈਸਲਾ ਨਹੀਂ ਲੈ ਸਕੇ ਕਿ ਮੈਂ ਪ੍ਰਭੂ ਲਈ ਆਪਣੇ ਪੁਰਾਣੇ ਜੀਵਨ ਨੂੰ ਛੱਡਣਾ ਹੈ। ਵੀ ਅਜੇ ਤੱਕ ਇਹੀ ਫੈਸਲਾ ਨਹੀਂ ਲੈ ਸਕੇ ਕਿ ਮੈਂ ਮੂਰਤੀ ਪੂਜਾ ਛੱਡਣੀ ਹੈ। ਵੀ ਅਜੇ ਤੱਕ ਇਹੀ ਫੈਸਲਾ ਨਹੀਂ ਲੈ ਸਕੇ ਕਿ ਜ਼ਿੰਦਗੀ 'ਚ ਤੁਸੀਂ ਕਿਹਨੂੰ ਖੁਸ਼ ਕਰੋਗੇ, ਤਾਂ ਤੁਸੀਂ ਰੂਥ ਨਹੀਂ ਹੋ ਸਕਦੇ, ਕਿਉਂਕਿ ਰੂਥ ਬੜੇ ਮਜ਼ਬੂਤ ਫੈਸਲੇ ਕਰਦੀ ਹੈ। ਕਿੰਨੇ ਆਮੀਨ ਕਹਿ ਸਕਦੇ ਆ? ਰੂਥ ਨੇ ਮਜ਼ਬੂਤ ਫੈਸਲਾ ਕੀਤਾ ਔਰ ਬੋਆਜ਼ ਦਾ ਧਿਆਨ ਰੂਥ ਵੱਲ ਨਹੀਂ ਪਿਆ। ਸੰਸਥਾਵਾਂ 'ਚ ਫੈਸਲੇ ਨਹੀਂ ਹੈ। ਹਾਲੇਲੂਇਆ। ਨਕਲੀ ਵਿਸ਼ਵਾਸੀਆਂ 'ਚ ਮਜ਼ਬੂਤ ਫੈਸਲੇ ਨਹੀਂ ਹੁੰਦੇ। ਪ੍ਰਭੂ ਦਾ ਨਾਮ ਮਹਿਮਾ ਮਿਲੇ। ਤਾਂ ਹੀ ਬੋਆਜ਼ ਦਾ ਉਹਨਾਂ ਨਾਲ ਕੰਟੈਕਟ ਨਹੀਂ ਹੁੰਦਾ। ਤਾਂ ਹੀ ਬੋਆਜ਼ ਦਾ ਉਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਬੋਆਜ਼ ਦਾ ਸੰਬੰਧ ਉਹਨਾਂ ਨਾਲ ਹੈ ਜਿਹੜੇ ਮੋਆਬ ਨੂੰ ਛੱਡ ਕੇ ਆਏ, ਜਿਹੜੇ ਹਾਲਾਤਾਂ 'ਚ ਨਿਕਲ ਕੇ ਆਏ, ਜਿਹੜੇ ਫੈਸਲਾ ਕਰਕੇ ਆਏ, ਜਿਹੜੇ ਕੱਲੇ ਨਹਿਰ 'ਚੋਂ ਗਿੱਲੇ ਹੋ ਕੇ ਨਹੀਂ ਆਏ, ਜਿਹੜੇ ਫੈਸਲਾ ਕੀਤਾ ਜਿੱਥੇ ਤੂੰ ਮਰੇਂਗੀ ਉੱਥੇ ਮੈਂ ਮਰਾਂਗੀ। ਇਹ ਯਹੋਵਾ ਦੇ ਸਾਹਮਣੇ ਫੈਸਲਾ ਆ, ਜਦ ਤੱਕ ਮੌਤ ਮੈਨੂੰ ਤੇਰੇ ਤੋਂ ਜੁਦਾ ਨਾ ਕਰੇ ਮੈਂ ਕਦੀ ਤੇਰੇ ਤੋਂ ਜੁਦਾ ਨਹੀਂ ਹੋਵਾਂਗੀ। ਮੈਂ ਕਦੀ ਇਸ ਫੈਸਲੇ ਨੂੰ ਛੱਡਾਂਗਾ ਨਹੀਂ ਜਦ ਤੱਕ ਮੇਰਾ ਆਖਰੀ ਸਾਹ ਨਹੀਂ ਨਿਕਲਦਾ। ਕਦੇ ਵਚਨ ਨੂੰ ਛੱਡਾਂਗਾ ਨਹੀਂ ਜਦ ਤੱਕ ਮੇਰੀ ਜਾਨ ਨਿਕਲ ਜਾਂਦੀ। ਹਾਲੇਲੂਇਆ। ਪ੍ਰਭੂ ਬੋਲਣ ਦਵੇ ਕਿ ਮੇਰੇ ਜਿਉਂਦੇ ਜੀ ਅਗਰ ਰੈਪਚਰ ਹੋਏ ਤੇ ਮੈਂ ਉਠਾਇਆ ਜਾਵਾਂ, ਅਗਰ ਉਹਦੇ ਆਉਣ 'ਚ ਦੇਰੀ ਹੋਏ ਤਾਂ ਮੇਰਾ ਆਪਣੇ ਆਖਰੀ ਸਾਹ ਵੇਲੇ ਵੀ ਯਿਸੂ ਮਸੀਹ ਦਾ ਨਾਮ ਮੇਰੀ ਜ਼ੁਬਾਨ ਤੇ ਹੋਵੇ ਔਰ ਮੈਂ ਉਹਦੇ ਲਈ ਹਰ ਇੱਕ ਸੰਭਵ ਸੇਵਾ ਕਰ ਸਕਾਂ ਜਿਹੜੀ ਉਹਨੇ ਮੈਨੂੰ ਕਰਨ ਲਈ ਦਿੱਤੀ। ਕੀ ਇਹੀ ਰੂਥ ਦੇ ਫੈਸਲੇ ਹੁੰਦੇ ਆ? ਜਿਹੜਾ ਫੈਸਲੇ ਨਹੀਂ ਕਰ ਸਕਦਾ ਉਹ ਆਰ ਪਾ ਹੈ। ਆਰ ਪਾ ਚਾਰ ਪਾ। ਹਾਲੇਲੂਇਆ। ਪ੍ਰਭੂ ਦਾ ਨਾਮ ਮਹਿਮਾ ਮਿਲੇ। ਧੰਨਵਾਦ। ਰੂਥ ਵਾਪਸ ਮੁੜਦੀ ਹੈ, ਉਹ ਖੇਤਾਂ 'ਚ ਜਾਂਦੀ ਹੈ। ਪ੍ਰਭੂ ਦਾ ਨਾਮ ਮਹਿਮਾ ਮਿਲੇ। ਬਹੁਤ ਮਹੱਤਵਪੂਰਨ ਸੰਦੇਸ਼ ਹੈ, ਬਹੁਤ ਸੋਹਣੀ ਸਟੋਰੀ ਹੈ। ਸੱਚੇ ਬਹੁਤ ਲੰਬਾ ਵਿਸ਼ਾ ਹੈ, ਇਹਨੂੰ ਹਰ ਇੱਕ ਗੱਲ ਨੂੰ ਲਈਏ ਤੇ ਬਹੁਤ ਕੁਝ ਖੁੱਲਦਾ ਹੈ। ਪ੍ਰਭੂ ਦਾ ਨਾਮ ਮਹਿਮਾ ਮਿਲੇ। ਉੱਥੇ ਵਾਢਿਆਂ ਦਾ ਸਰਦਾਰ ਮਿਲਦਾ ਹੈ ਰੂਥ ਨੂੰ, ਯਾਨੀ ਬੋਆਜ਼ ਰੂਥ ਦੇ ਬਾਰੇ ਵਾਢਿਆਂ ਦੇ ਸਰਦਾਰ ਨੂੰ ਪੁੱਛਦਾ ਹੈ। ਬਹੁਤ ਸਾਰੇ ਵਾਢੇ ਲੇਕਿਨ ਉਹਨਾਂ ਦਾ ਇੱਕ ਸਰਦਾਰ ਹੈ। ਪ੍ਰਭੂ ਦਾ ਨਾਮ ਮਹਿਮਾ ਮਿਲੇ। ਅੱਜ ਵੀ ਪੰਜ ਪੱਖੀ ਸੇਵਕਾਈ 'ਚ ਬਹੁਤ ਅਸੀਂ ਵਾਢੇ ਹਾਂ, ਲੇਕਿਨ ਇੱਕ ਵਾਢਿਆਂ ਦਾ ਸਰਦਾਰ ਇਹਨਾਂ ਦਿਨਾਂ 'ਚ ਭੇਜਿਆ ਗਿਆ। ਇਸ ਯੁੱਗ ਦਾ ਮਲਾਕੀ 4:5 ਦੇ ਅਨੁਸਾਰ ਨਬੀ ਭੇਜਿਆ ਗਿਆ ਔਰ ਬੋਆਜ਼ ਵਾਢਿਆਂ ਦੇ ਸਰਦਾਰ ਨੂੰ ਪੁੱਛਦਾ ਹੈ ਉਹਦੇ ਬਾਰੇ 'ਚ। ਧਿਆਨ ਦਿਓ, ਰੈਪਚਰ 'ਚ ਜਾਣ ਲਈ ਸਾਨੂੰ ਉਹ ਸੰਦੇਸ਼ ਦਿੱਤਾ ਗਿਆ ਜਿਹੜਾ ਇਸ ਯੁੱਗ ਦੇ ਨਬੀ ਰਾਹੀਂ ਪ੍ਰਚਾਰ ਕਰਵਾਇਆ ਗਿਆ। ਔਰ ਅਸਲੀ ਲਾੜੀ ਨੂੰ ਮਸੀਹ ਦੇ ਨਾਲ ਵਾਢਿਆਂ ਦਾ ਸਰਦਾਰ ਹੀ ਮਿਲਾ ਸਕਦਾ ਹੈ। ਬਾਈਬਲ ਪੜ੍ਹ ਕੇ ਦੇਖੋ, ਇਹ ਤਸਵੀਰ ਹੈ। ਹਾਲੇਲੂਇਆ। ਉਹਦੇ ਨਾਲ ਮਹਿਮਾ ਮਿਲੇ। ਜਿਵੇਂ ਉਦੋਂ ਬੋਆਜ਼ ਨੇ ਕਿਸੇ ਨੂੰ ਨਹੀਂ ਪੁੱਛਿਆ, ਰੂਥ ਨੂੰ ਪੁੱਛਿਆ, ਅੱਜ ਵੀ ਪਰਮੇਸ਼ਰ ਆਪਣੇ ਨਬੀ ਦੇ ਕੋਲ ਆਇਆ, ਉਹਨੂੰ ਹੀ ਉਹਨੇ ਪੋਥੀ ਖੋਲ ਕੇ ਦਿੱਤੀ ਔਰ ਜਿਹੜਾ ਹੀ ਉਸ ਪੋਥੀ ਦੇ ਖਾਂਦਾ ਆ ਉਹੀ ਰੂਥ ਹੈ। ਹਾਲੇਲੂਇਆ। ਪ੍ਰਭੂ ਦਾ ਨਾਮ ਮਹਿਮਾ ਮਿਲੇ। ਬੋਆਜ਼ ਜਾ ਕੇ ਰੂਥ ਨੂੰ ਮਿਲਦਾ ਹੈ ਔਰ ਰੂਥ ਨਾਲ ਗੱਲਬਾਤ ਕਰਦਾ ਹੈ। ਹਾਲੇਲੂਇਆ। ਉਹਨੂੰ ਉਹ ਮਿਲਦਾ ਹੈ, ਉਹ ਗੱਲ ਕਰਦਾ ਹੈ ਕਿ ਤੁਸੀਂ ਉਹ ਹੈ ਜਿਹੜੀ ਮੁਆਬ ਤੋਂ ਮੁੜ ਆਈ ਨੌਮੀ ਦੀ ਨੂੰ। ਹਾਲੇਲੂਇਆ। ਪ੍ਰਭੂ ਦਾ ਨਾਮ ਮਹਿਮਾ ਮਿਲੇ। ਆਮੀਨ। ਬੋਆਜ਼ ਮਸੀਹ ਦਾ ਨਮੂਨਾ ਹੈ ਔਰ ਬੋਆਜ਼ ਦਾ ਰੂਥ ਨੂੰ ਮਿਲਿਆ ਕਿਉਂਕਿ ਰੂਥ ਦੇ ਅੰਦਰ ਦੁਲਹਨ ਹੋਣ ਵਾਲੀ ਕੁਆਲਿਟੀ ਸੀਗੀ। ਤੁਸੀਂ ਕਹੋਗੇ ਕਿ ਉਹ ਤੇ ਪਹਿਲੇ ਸ਼ਾਦੀशुदा ਸੀਗੀ, ਕਿ ਹੁਣ ਉਹ ਬੋਆਜ਼ ਨਾਲ ਸ਼ਾਦੀ ਕਰੇਗੀ? ਹਾਂ, ਉਹ ਕਰੇਗੀ ਕਿਉਂਕਿ ਉਹਦਾ ਪਹਿਲਾ ਪਤੀ ਮਰ ਚੁੱਕਿਆ ਹੈ। ਹੁਣ ਦੂਜਾ ਪਤੀ ਕਰੇਗੀ। ਸਾਡਾ ਪਹਿਲਾ ਪਤੀ ਸ਼ੈਤਾਨ ਸੀਗਾ, ਸੰਸਾਰ ਸੀਗਾ, ਜਿਹੜਾ ਸਾਡੇ ਤੇ ਹੁਕੂਮਤ ਕਰਦਾ ਹੈ। ਰੂਥ ਦੇ ਲਈ ਉਹ ਪਹਿਲਾ ਪਤੀ ਮਰ ਚੁੱਕਾ ਹੈ, ਹੁਣ ਰੂਥ ਦਾ ਦੂਜਾ ਪਤੀ ਬਚਨ ਹੈ। ਪਹਿਲੇ ਸਾਡੇ ਤੇ ਜਗਤ ਰਾਜ ਕਰਦਾ ਹੈ, ਹੁਣ ਪਵਿੱਤਰ ਆਤਮਾ ਰਾਜ ਕਰਦਾ ਹੈ। ਹਾਲੇਲੂਇਆ। ਪ੍ਰਭੂ ਦਾ ਨਾਮ ਮਹਿਮਾ ਮਿਲੇ। ਬੋਆਜ਼ ਉਸ ਚਰਿੱਤਰਵਾਨ ਲੜਕੀ ਦੇ ਕੋਲ ਜਾ ਕੇ ਠਹਿਰਿਆ, ਮਿਲਿਆ ਜਿਹਦੇ ਅੰਦਰ ਦੁਲਹਨ ਹੋਣ ਦੀ ਕੁਆਲਿਟੀ ਸੀਗੀ। ਪਤਾ ਦੁਲਹਨ ਹੋਣਾ ਇੱਕ ਕੁਆਲਿਟੀ ਆ। ਹਰ ਕੋਈ ਲਾੜੀ ਨਹੀਂ ਹੁੰਦਾ, ਹਰ ਕੋਈ ਵਿਸ਼ਵਾਸੀ ਨਹੀਂ ਹੁੰਦਾ।
ਸੱਚੀ ਗੱਲ ਹੈ। ਦੁਲਹਨ ਹੋਣ ਦੀ ਕੋਈ ਕੁਆਲਿਟੀ ਹੈ। ਉਹ ਜਿੰਨੀਆਂ ਉੱਥੇ ਖੂਹ ਤੇ ਪਾਣੀ ਭਰਨ ਆਈਆਂ ਸਾਰੀਆਂ ਰਿਬਕਾ ਨਹੀਂ, ਸਾਰੀ ਇਜ਼ਹਾਕ ਲਈ ਫਿੱਟ ਨਹੀਂ ਬਹਿ ਸਕਦੀਆਂ। ਰਿਬਕਾ ਹੀ ਸੀ ਜਿਹੜੀ ਇਜ਼ਹਾਕ ਲਈ ਫਿੱਟ ਬਹਿ ਸਕਦੀ। ਇਸ ਲਈ ਦੁਲਹਨ ਹੋਣਾ ਇੱਕ ਚਰਿੱਤਰ ਸੀਗਾ। ਹਾਲੇਲੂਇਆ, ਆਮੀਨ। ਉਹਦੇ ਲਾੜੀ ਹੋਣ ਦੀ ਕੁਆਲਿਟੀ ਸੀ ਰੂਥ ਦੇ ਅੰਦਰ, ਕਿਉਂਕਿ ਉਹ ਕੁਛ ਕਰਕੇ ਆਈ ਉੱਥੇ। ਪ੍ਰਭੂ ਦਾ ਧੰਨਵਾਦ ਹੋਏ। ਉਹ ਧਿਆਨ ਨਾਲ ਸੁਣੋ। ਆਮੀਨ, ਆਮੀਨ। ਕਿਉਂਕਿ ਉਹਦੇ ਅੰਦਰ ਭੁੱਖ ਪਿਆਸ ਸੀਗੀ। ਉਹਦੇ ਅੰਦਰ ਭੁੱਖ ਪਿਆਸ ਸੀਗੀ। ਉਹ ਚਿੰਦ ਲਈ ਉਹਦੇ ਅੰਦਰ ਭੁੱਖ ਪਿਆਸ ਸੀ, ਤਾਂ ਹੀ ਉਹ ਸਿੱਟੇ ਚੁਗਣ ਆਈ। ਜਿਹਦੇ ਅੰਦਰ ਭੁੱਖ ਪਿਆਸ ਨਹੀਂ, ਉਹਨੂੰ ਕਦੇ ਕੁਛ ਨਹੀਂ ਮਿਲ ਸਕਦਾ। ਤੁਹਾਡੀ ਭੁੱਖ ਪਿਆਸ ਹੀ ਤੁਹਾਨੂੰ ਰਜਾਏਗੀ। ਬਾਈਬਲ ਵਿੱਚ ਲਿਖਿਆ ਜਿਹੜੇ ਧਰਮ ਦੇ ਭੁੱਖੇ ਪਿਆਸੇ ਹਨ ਉਹ ਰਜਾਏ ਜਾਣਗੇ। ਲੇਕਿਨ ਇਹਨਾਂ ਨੂੰ ਕੋਈ ਭੁੱਖ ਹੀ ਨਹੀਂ ਬਚਣ ਦੀ, ਆਤਮਾ ਦੀ ਕੋਈ ਪਿਆਸ ਹੀ ਨਹੀਂ। ਤਾਂ ਫਿਰ ਉਹ ਕਿੱਦਾਂ ਰਜਾਏਗਾ? ਕਿੱਦਾਂ ਉਹ ਰੂਥ ਹੋ ਸਕਦੇ ਜਿਹਨਾਂ ਨੂੰ ਬਚਣ ਦੀ ਭੁੱਖ ਨਹੀਂ? ਕਿ ਆਤਮਾ ਹਰ ਵੇਲੇ ਟੁੰਬਦਾ ਨਹੀਂ ਰਹਿੰਦਾ। ਇੱਕ ਸੱਚੇ ਵਿਸ਼ਵਾਸੀ ਨੂੰ ਕਿ ਜਦਾਂ ਕਰ ਤੇਰੇ ਕੋਲ ਇਹ ਗਲਤੀ ਹੋ ਗਈ ਤੂੰ ਇਹਨੂੰ ਠੀਕ ਕਰ। ਪ੍ਰਭੂ ਲਈ ਜੀਵਨ ਜੀ, ਪ੍ਰਭੂ ਲਈ ਜੀਵਨ ਜੀ, ਪ੍ਰਭੂ ਲਈ ਜੀਵਨ ਜੀ। ਕਿਉਂ ਭੁੱਖ ਪਿਆਸ ਲੱਗੀ ਨਹੀਂ ਰਹਿੰਦੀ? ਇੱਕ ਅਸਲੀ ਮਸੀਹ ਕਦੇ ਵੀ ਜਿੱਦਾਂ ਦਾ ਮਰਜ਼ੀ ਚੱਲਣ ਡਿਆ ਉਹ ਚ ਸੰਤੁਸ਼ਟ ਨਹੀਂ ਹੁੰਦਾ। ਜੇ ਉਹ ਕੋਈ ਗਲਤੀ ਹੋ ਜਾਏ ਉਹ ਠੀਕ ਕਰਦਾ ਹੈ। ਉਹਨੂੰ ਹਰ ਵੇਲੇ ਤਾਂਗ ਰਹਿੰਦੀ ਹੈ ਕਿ ਮੈਂ ਪ੍ਰਭੂ ਲਈ ਠੀਕ ਕਰਾਂ, ਮੈਂ ਪ੍ਰਭੂ ਲਈ ਠੀਕ ਕਰਾਂ, ਮੈਂ ਪ੍ਰਭੂ ਲਈ ਠੀਕ ਕਰਾਂ। ਕਿੰਨਾ ਭਗਵਾਨਕ ਸਮਾਂ ਹੈ। ਹਾਲੇਲੂਇਆ। ਭੁੱਖ ਪਿਆਸ ਦੱਸਦੀ ਹੈ ਤੁਹਾਡੇ ਅੰਦਰ ਕਿੰਨੀ ਕੁ ਭੁੱਖ ਪਿਆਸ ਹੈ। ਇਹ ਦੱਸਦਾ ਹੈ ਕਿ ਸਾਰਾ ਦਿਨ ਚ ਕਿੰਨਾ ਟਾਈਮ ਪ੍ਰਭੂ ਨੂੰ ਦਿੱਤਾ। ਇਹੀ ਦੱਸਦਾ ਕਿ ਤੁਹਾਡੇ ਅੰਦਰ ਕਿੰਨੀ ਕੁ ਭੁੱਖ ਪਿਆਸ ਹੈ। ਪ੍ਰਭੂ ਦੇ ਨਾਮ ਮਹਿਮਾ ਮਿਲੇ। ਉਹ ਹਾਲੇਲੂਇਆ। ਕੀ ਸਵੇਰੇ ਹੋ। ਆਮੀਨ। ਪ੍ਰਭੂ ਦਾ ਧੰਨਵਾਦ ਹੋਏ। ਕਾਸ਼ ਕਿ ਪ੍ਰਭੂ ਦੇ ਕੰਮਾਂ 'ਚ ਲੱਗੇ ਰਹੀਏ। ਪ੍ਰਭੂ ਦੀ ਕਿਰਪਾ ਨਾਲ ਰਾਤ 1 ਵਜੇ ਅਮਰੀਕਾ ਦੇ ਅੰਦਰ ਮੈਸੇਜ ਦੇ ਕੁਝ ਭਾਈ ਸਨ ਜਿਨ੍ਹਾਂ ਨੇ ਅਲੱਗ-ਅਲੱਗ ਦੁਨੀਆ ਦੇ ਗੀਤ ਗਾਉਣ ਵਾਲੇ ਮੈਸੇਜ ਦੇ ਭਾਈਆਂ ਦੇ ਨਾਲ ਕੰਟੈਕਟ ਕੀਤੇ ਔਰ ਜਿਨ੍ਹਾਂ ਨੇ ਮੇਰਾ ਵੀ ਨੰਬਰ ਪਾਇਆ। ਉੱਥੇ ਦੁਪਹਿਰ ਦੇ 1 ਵਜੇ ਹੀ, ਇੱਥੇ ਰਾਤ ਦੇ 1 ਵਜੇ ਹੀ, ਕੱਲ ਰਾਤ ਹੀ 1 ਵਜੇ ਗੀਤ ਗਾ ਕੇ ਆਨਲਾਈਨ ਸੀਗਾ ਉਹ ਜਿਹਨਾਂ ਮੇਰੇ ਲਈ ਮਸੀਹ ਮਰਨ ਨਾਲ ਆਵੇ। ਮੈਂ ਕਿਹਾ ਆਂਢੀ ਗੁਆਂਢੀ ਕਹਿੰਦੇ ਹੋਣੇ ਇਹਨੂੰ 1 ਵਜੇ ਕੀ ਹੋ ਗਿਆ, ਪਰ ਅਸੀਂ ਆਨਲਾਈਨ ਸੀਗੇ। ਹਾਲੇਲੂਇਆ। ਪ੍ਰਭੂ ਦੀ ਕਿਰਪਾ ਨਾਲ ਗੀਤ ਗਾਇਆ ਗਿਆ ਜਿਹਨਾਂ ਮੇਰੇ ਲਈ ਮਸੀਹ। ਹੈ ਤਾਂ ਪੰਜਾਬੀ ਹੀ, ਪਰ ਉਹਨਾਂ ਨੇ ਬਹੁਤ ਆਨੰਦ ਕੀਤਾ। ਔਰ ਭਾਈ ਨੇ ਮੈਸੇਜ ਕੀਤਾ ਬਾਅਦ ਚ, ਕਹਿੰਦਾ ਮੇਰਾ ਰੋਣਾ ਆ ਗਿਆ ਸੀ ਜਦੋਂ ਤੁਸੀਂ ਗਾ ਰਹੇ। ਹਾਲੇਲੂਇਆ। ਪ੍ਰਭੂ ਦਾ ਧੰਨਵਾਦ ਹੋਏ। ਆਮੀਨ। ਭੈਣੋ ਭਰਾਵੋ, ਭੁੱਖੇ ਪਿਆਸੇ ਰਜਾਏ ਜਾਂਦੇ ਆ। ਸੱਚ ਦੱਸੇ ਤੇ ਪੁੱਤਰ ਆਤਮਾ ਲਈ ਕਿੰਨੇ ਭੁੱਖੇ ਪਿਆਸੇ, ਕਿੰਨੇ ਕਹੋ। ਕਿਉਂਕਿ ਆਪਣਾ ਪੂਰੇ ਸਮਰਪਣ ਦੇ ਨਾਲ ਪਿੱਛੇ ਲੱਗੇ ਹੋ ਕਿ ਮੈਂ ਉਸ ਚੀਜ਼ ਨੂੰ ਹੱਥ ਪਾ ਲਵਾਂ। ਮੇਰੇ ਭੈਣੋ ਮੇਰੇ ਭਰਾਵੋ, ਉਠਾਏ ਜਾਣਾ ਇੱਕ ਚੀਜ਼ ਹੈ, ਇੱਕ ਸੰਬੰਧ ਹੈ, ਉਹ ਸੰਪਰਕ ਹੈ ਜਿਹੜਾ ਸਾਨੂੰ ਚਾਹੀਦਾ ਹੈ। ਇਹ ਦੁਨੀਆ ਭੁੱਖੀ ਪਿਆਸੀ ਹੈ ਪਰ ਭੋਗ ਵਿਲਾਸ। ਬਾਈਬਲ ਵਿੱਚ ਲਿਖਿਆ ਉਹ ਭੋਗ ਵਿਲਾਸ ਦੇ ਪ੍ਰੇਮੀ ਹੋਣਗੇ। ਲੋਕਾਂ ਦੀ ਕੰਡੀਸ਼ਨ ਹੈ ਕਿ ਉਹ ਭੋਗ ਵਿਲਾਸ ਦੇ ਪ੍ਰੇਮੀ ਹੋਣਗੇ। ਲੇਕਿਨ ਇੱਕ ਵਿਸ਼ਵਾਸੀ ਕਾਹਦਾ ਪ੍ਰੇਮੀ ਹੋਏਗਾ? ਉਹਨੂੰ ਕਾਹਦੀ ਪਿਆਸ ਹੋਵੇਗੀ? ਉਹਨੂੰ ਕਾਹਦੀ ਭੁੱਖ ਹੋਏਗੀ? ਜੇ ਤੁਹਾਨੂੰ ਵਚਨ ਦੀ ਭੁੱਖ ਪਿਆਸ ਹੈ ਤਾਂ ਫਿਰ ਕਿੰਨੇ ਜਾਣੇ ਆ ਜਿਹੜੇ ਰੋਜ਼ਾਨਾ ਬਹੁਤ ਗੰਭੀਰਤਾ ਦੇ ਨਾਲ ਪਵਿੱਤਰ ਆਤਮਾ ਔਰ ਵਚਨ ਦੀ ਆਗਿਆਕਾਰੀ ਲਈ ਲੱਗੇ ਹੋਏ। ਹਾਲੇਲੂਇਆ। ਪ੍ਰਭੂ ਦਾ ਧੰਨਵਾਦ ਹੋਏ। ਤਾਂ ਫਿਰ ਤੁਸੀਂ ਹਰ ਇੱਕ ਗੱਲ ਦੀ ਆਗਿਆਕਾਰੀ ਕਰੋਗੇ। ਕਿੱਦਾਂ ਹੋ ਸਕਦਾ ਇਹ ਭਾਈ ਕਵੇ ਕਿ ਮੈਨੂੰ ਭੁੱਖ ਲੱਗੀ ਹੈ, ਉਹ ਦੂਸਰੇ ਕਮਰੇ 'ਚ ਹੀ ਬੈਠੇ ਖਾਣਾ ਖਾ ਰਹੇ ਹੋਈਏ, ਉਹਨੇ ਕਹੇ ਮੈਂ ਭੁੱਖਾ ਮੈਂ ਭੁੱਖਾ, ਉੱਥੋਂ ਦਰਵਾਜ਼ੇ 'ਚ ਖਲੋ ਕੇ ਆਵਾਜ਼ ਦਿੱਤੀ ਜਾਏ ਆ ਜਾ ਤੇ ਰੋਟੀ ਖਾ ਲਾ। ਰੋਟੀ ਖਾਣ ਨਾ ਹੋਏ ਕੀ ਇਹ ਭੁੱਖਾ ਪਿਆਸਾ ਹੈ? ਕੀ ਅਸਲੀ ਹੈ? ਸਮਝੇ ਮੈਂ ਕੀ ਕਹਿਣਾ ਚਾਹ ਰਿਹਾ? ਜਿਹਦੇ ਅੰਦਰ ਭੁੱਖ ਪਿਆਸ ਆ ਫਿਰ ਰੋਟੀ ਵੱਲ ਦੌੜ ਕਿਉਂ ਨਹੀਂ ਰਿਹਾ? ਜੇ ਭੁੱਖ ਆਇਆ ਫਿਰ ਭੋਜਨ ਵੱਲ ਕਿਉਂ ਨਹੀਂ ਦੌੜ ਰਿਹਾ? ਜੇ ਪਿਆਸਾ ਆਇਆ ਫਿਰ ਲਹੂ ਦੇ ਚਸ਼ਮੇ ਵੱਲ ਕਿਉਂ ਨਹੀਂ ਜਾ ਰਿਹਾ? ਓ ਹਾਲੇਲੂਇਆ। ਪ੍ਰਭੂ ਦੇ ਨਾਮ ਮਹਿਮਾ ਮਿਲੇ। ਰੂਥ ਭੁੱਖੀ ਪਿਆਸੀ ਸੀ, ਇਸ ਲਈ ਬੋਆਜ਼ ਉਹਦੇ ਤੱਕ ਆ ਗਿਆ। ਕੀ ਤੁਸੀਂ ਸੁਣ ਸਕਦੇ ਹੋ? ਹਾਲੇਲੂਇਆ। ਪ੍ਰਭੂ ਦੇ ਨਾਮ ਮਹਿਮਾ ਮਿਲੇ। ਤੇ ਇਸ ਨੂੰ ਪੜੋ
मैं थोड़ा थोड़ा दस रहा, तुम खुद इस किताब को पढ़ो। हो सकता है तो यह संदेश पढ़ो, नेड़े का छुटकारा देने वाला, नेड़े का साथ छुड़ाने वाला, निकट कुटुंबी। हालेलुया। ध्यान से सुनो भैणों भरावो, आमीन। इस तरह रूथ दी बोआज नाल मुलाकात हुंदी है। जो रूथ दी बोआज नाल मुलाकात होगी ते बोआज अपने बाडियां नूं कहंदा, हुण जदों इस उत्ते चिट्टे चुगे तां तुसीं अपने आप ही मुठ पर के सुटदे जाओ। ज्यादा मेहनत ना करनी पे, आप ही सुटते जाओ ताकि इकट्ठी कर सके। महान प्रभु यीशु मसीह है जिन्हें क्या है, सब थके हुए हो, हाथ हेठ दबे हुए लोगों, मेरे को आओ, मैं तुहानू आराम दूंगा। जिन्हें क्या चिंता ना करो, प्रभु आप सिट्टे सुटदा है। जो इस भाई दराई तुहाडे अगे सिट्टे सुट रहा है, जे कोई रूथ है तो सच्ची और रूह सिट्टे इकट्ठे करेगी। ये तुहानू सदा दिता हो, फलानी जगह जाके सिट्टे इकट्ठे करने तुसीं जाओगे। ये तो दसिया गया कि जाके रूथ की किताब पढ़ो। जेड़ा नहीं पढ़ता, मैनूं नहीं पता, वो फिर आर पाई होनी जेड़ी किते मुआद च रह गई। जे रूथ पे जाके संदेश लभोगे तुसीं कहोगे भाई मैनूं ये संदेश चाहिए, मैनूं पढ़ना चाहता है, क्योंकि रूथ पिछे पिछे जाती है सिट्टे चुगण दे लई। वो उਡੀकदी है कि मैनूं भाइयां दे नाल बैठण दा मौका मिले, मैं जरा उन्हां दी संगति च जा सकां। उन्हें पता की क्या बोआज ने, किसे होर दे खेत च ना जाई, जो कुछ तेनू चाहिए इसे खेत च मिलेगा। किसे होर दे खेत च जाण दी लोड़ नहीं है, हुण तेनू जो कुछ चाहिए इसे खेत च मिलेगा। मैं विश्वास करदा हां कि सब तो मुबारक बहुमुल्ला खेत है जेड़ा साडे दिनां च मिले। भरपूर खेत है, मिले, और इस खेत तो इलावा और किते भी हो सकते वो जीवन नहीं पाया जाता। प्रभु दा नाम महिमा मिले, सानू और किते चर्चा च दौड़ भजन दी लोड़ नहीं है। इस वास्ते को दुआ करा के नहीं बढ़े, दूजे खेत से जाके दुआ करा लिए, उत्थे जाके कुछ पढ़ जाइए, उत्थे जाके कुछ प्राप्त कर लइए। बोआज ने क्या, किसे और दे खेत च ना जाई। आमीन। इसलिए हम और किसी दे खेत च जाण दी लोड़ नहीं, चाहे वो खेत कितने वड्डे क्यों ना दिसन, लेकिन साडे लिए सारे जीवन ऐसे खेत च पाया जाता है। विश्वास इन्ना ही टेपा च पाया जाता है। आखिरी दिनां लिए जो सतवां दूत परमेश्वर ने भेजना, यूरिसी को भेज दिता गया। हुण किसी होर बंदे ने खेत च जाके रैप्चर वाला विश्वास लभण दी लोड़ नहीं। रैप्चर वाला विश्वास विलियम ब्रानहम दे प्रचारे होए संदेशां ने आमीन कह सकते हैं। हालेलुया। खुश हो इस खेत के अंदर आके, विश्वास कर दे इस खेत च भरपूर अनाज है। हालेलुया। उन्होंने ने क्या, मैं 30 सालों तो इस पनाह नगर दे विच आया, अज तक मेरे अंदर इत्थों बाहर जाने की कदी इच्छा नहीं हुई, क्योंकि इत्थे है ही बहुत कुछ सीगा। प्रभु का धन्यवाद होवे। हालेलुया। आमीन। प्रभु का नाम महिमा मिले। आमीन। तो एक दिन आओ आगे बढ़ते हैं, ये बहुत लंबी कहानी है। तो एक दिन नोमी ने रूथ नूं कहा कि इस तरह कर, तू नहा धो, वधिया कपड़े पा, अपने आप को तैयार कर। बहुत ध्यान ना सुनो, बाइबल च पढ़ांगा नहीं, लिखता हूँ क्योंकि लंबा समय लगेगा, लेकिन खुद पढ़ो और कुछ गल्लां तुहाडे उत्ते हमेशा खोलेगा, प्रगट करेगा। उन्हें कहा तू जाके इस वेले अज रात बोआज ने अपने खेत च जौ छड्डने हैं। अज रात उन्हें खेत च सोना है, वो मंजे ते पवेगा। तू जा ना, तू अपने आप को तैयार कर, जाके ओदे पैरां वाले पासे पै जाई, ओदी चादर नूं अपने उत्ते ले ली। हालेलुया। भैणों भरावो, अब्राहम ने कहा ये एक जवान कुड़ी दे लई जेड़ी कि विधवा है, ओदे लई देखण नूं ये किन्नी ही शर्म वाली गल सीगी कि एक बंदे दे खेत में जाके ओरे मंजे ते लंबे पै जाना। लेकिन ये अगर आम दृष्टि ना देखा जाए तो ये घिनौना लगता है।
लेकिन ये बाइबल प्यार दी कहानी है। रूत कलीसिया है, बोआज मसीह है। और रूत ने नोमी नु ये नहीं कहा नहीं नहीं ये बड़ी औखी गल है, ये मैं करे किदा करांगी। उन्हें तरह कुछ नहीं किया, जो नोमी ने उन्हें कर ली क्या उन्हें किया। ऐसी वचन दे लई निंदिया सैनी। कोई भी लोग क्यों ना क्यों देखो बड़ा भाई बन गया, 900 चूहे खा के मच्छी बिल्ली हज नु चली। हालेलुया आमीन। बिल्ली मच्छी नहीं जाती, पता नहीं जाती कि नहीं, पर गल बनी है। और इन्होंने कोई भी कुछ भी क्यों ना कहे, लेकिन नहीं बचली हर एक निंदे चलने लई तैयार है। वो मैनू कहणगे तू विधवा लगदी है, तू ते वालियां बोलदियां हुण ते तू रंडी लगदी है। भाई ये पंजाबी बात इदां ही बोलदे हैं ताकि बंदे नू तोड़ दे। लेकिन जेड़ी रूथ है वो हर एक वचन दे निंदे चलेगी। जिन्ना भी औखा काम उन्हें करने लई गया वो करेगी। प्रभु दे नाम महिमा मिले। आमीन हालेलुया। प्रभु दा धन्नवाद होए। कि तुसीं डरदे हो जे सानू पवित्र आत्मा मिल गया तां उच्ची उच्ची उछल सकदे हां, आमीन, चिल्ला सकते हैं, आमीन, आमीन, लाइव वाक्य बोल सकते हैं, उच्ची उच्ची गीत गा सकते हैं। किसी को शर्म ते नहीं आती, मैं उच्ची गावांगी या मैं अखां बंद करांगी कि मैं अपने हाथ उठावांगा ते नाल दा मेरा की कहेगा ओ लै वड्डा भाई बन गया। इस गल दी रूथ परवाह नहीं करदी, वो चली चलदी है। जदों मैं प्रचार करना शुरू कीता तां कई ऐसे सन जिन्हां ने मैनूं मजाक नहीं आस्टर जी जैन सी, लेकिन मैं कदे अपने दिल च गुस्सा नहीं कीता। मैं ये सोचा कि भाਵੇਂ तू मजाक नहीं कह रहा पर गल ते तू सच्ची कह रहे हैं ना। हालेलुया। मैं परवाह नहीं की कि कोई की कहेगा पहले तो तू इदां दा ही, पहले तो तू इदां दा ही, तेरा काम जानते हैं, तेरा जानते वो कुछ भी क्यों ना कह, लेकिन मैं वचन दे अगे सिर झुकाया और आज उसे परमेश्वर ने मेरी इज्जत नूं बहाल किया। जितना ही वचन कह रहे उदा चले जाओ, जितनी मर्जी निंदे चलनी पैंदी चलो, क्योंकि बुआज तो छुटकारा पाना है। कितने आमीन कह सकते हैं? हालेलुया हालेलुया। प्रभु दे नाम में महिमा मिले। वचन नहीं निंदे सैनी। मरियम ਲਈ कितना औखा काम सीगा एक कुंवारी कुड़ी ਲਈ पेट लेके नगर च रहना। ये बहुत औखा काम सीगा, एक कुंवारी किदां रहेगी, लेकिन उन्हें कहा तेरे वचन के अनुसार मेरे नाल होवे। हालेलुया। कुछ तक की वचन लिए निंदे सैनी तैयार हो। आमीन आमीन। हो सदा तानू वो मूर्खां दा झुंड कहन, हो सदा वो कहन कि तू दे शताई बनाता उन्होंने तेनू, हो सदा वो कहन कि तू अपनी जवानी खराब कर रहा है, ये तेरा खान पीन दा टाइम है। हालेलुया। नाम महिमा मिले। आमीन आमीन। वो कुछ भी कह लेकिन वचन ही निंदे सैनी तैयार। आमीन आमीन। कितने आमीन कह सकते हैं? वो जवान रूथ आधी रात नूं जाके बोआज दे पैरां वाले पासे पै गई। सिर वाले पासे नहीं नबी ने कहा, पैरां वाले पासे। ये सीगा ओदे कदमां च अपने आप नूं नीवें कर, सिर ते नहीं चढ़ी जाके पैरां च गई। हालेलुया। ओने अपने आप नूं जीरो कीता। प्रभु दे नाम महिमा मिले। ਇਹ ਕੰਮ ਕਰਨ ਦੇ ਨਾਲ ਲੋਕ ਉਹਨੂੰ ਇੱਕ ਗੰਦੀ ਔਰਤ ਕਹਿ ਸਕਦੇ ਸੀਗੇ, ਇੱਕ ਵੈਸ਼ਿਆ ਕਹਿ ਸਕਦੇ ਸੀ, ਪਰ ਉਹਨੇ ਇਸ ਗੱਲ ਦੀ ਪ੍ਰਵਾਹ ਨਹੀਂ ਕੀਤੀ। ਹੈ ਰੈਪੂਟੇਸ਼ਨ ਹੈ ਵਿਸ਼ਵਾਸੀ ਦੀ। ਆਮੀਨ ਆਮੀਨ। ਕੀ ਕਹਿੰਦਾ ਹੈ ਉਹ ਉਹਦੇ ਕਦਮਾਂ 'ਚ ਪੈ ਗਈ। ਹਾਲੇਲੂਇਆ ਆਮੀਨ। ਪ੍ਰਭੂ ਦੇ ਨਾਮ ਮਹਿਮਾ ਮਿਲੇ। ਉਹ ਉੱਥੇ ਗਈ ਜਿੱਥੇ ਬੋਆਜ਼ ਨੇ ਆਰਾਮ ਕੀਤਾ। ਬਹੁਤ ਧਿਆਨ ਨਾਲ ਸੁਣੋ। ਉਹ ਉੱਥੇ ਤੱਕ ਗਈ ਜਿੱਥੇ ਬੋਆਜ਼ ਨੇ ਆਰਾਮ ਕੀਤਾ ਸੀਗਾ। ਨਬੀ ਨੇ ਕਿਹਾ ਉਹਨੇ ਆਰਾਮ ਕਿੱਥੇ ਕੀਤਾ? ਉਹਦੇ ਸਰੀਰ ਉੱਤੇ। ਜਿਹੜੀ ਅਸਲੀ ਰੂਥ ਹੈ ਉਹ ਵੀ ਮਰੇਗੀ। ਉਹ ਵੀ ਕਬਰ ਤੱਕ। ਕਈ ਵਿਸ਼ਵਾਸੀ ਹੈ ਜਿਹੜੇ ਅਜੇ ਤੱਕ ਮਰੇ ਨਹੀਂ ਆ। ਮਰੇ ਨਹੀਂ ਹੈ, ਅਜੇ ਵੀ ਜਿਉਂਦੇ ਹੀ ਆ। ਆਮੀਨ। ਤਾਂ ਹੀ ਹਜੇ ਤੱਕ ਉਹੀ ਗੱਲਾਂ, ਉਹੀ ਗੁੱਸਾ, ਉਹੀ ਸੁਭਾਅ, ਉਹੀ ਆਦਤਾਂ ਜੋ ਤੂੰ ਆਪਣੇ ਆਪ ਤੋਂ ਮਰੇ ਨਹੀਂ। ਧਿਆਨ ਰੱਖੋ, ਜਦ ਤੱਕ ਤੁਸੀਂ ਮਰਦੇ ਨਹੀਂ ਜੀ ਨਹੀਂ ਸਕਦੇ। ਤੁਹਾਨੂੰ ਰੂਥ ਵਾਂਗ ਸਲੀਬ ਤੇ ਜਾਣਾ ਪੈਣਾ ਹੈ, ਕਬਰ ਤੇ ਜਾਣਾ ਪੈਣਾ ਹੈ।
किने आमीन कह सकते हैं? हालेलुया। तुहानू पता है कि उस यूहन्ना ते याकूब दी मां ने यीशु मसीह नू कहा मैं चाहनी हां तेरे राज विच मेरे दोवें पुत्तर एक तेरे सज्जे एक खब्बे बैठे। उन्हें कहा कि ये वो प्याला पी लेंगे जेड़ा मैं पीता। मतलब कि तुहानू हर काम करना पैना जो मसीह ने। वो इन्ना क विचित्र सीगा, इन्ना क विचित्र ही दूजियां दे लई लोग वो मूंह ते थुक गए और अखां दे पट्टी बंद के सिर च काने मार गए और धौला मार के उन्हें पथराव करन ते आए, उन्हें पहाड़ तो लटकान ते आए। वो इन्ना को उन्हां तो वखरा हो गया कि वो उन्हें मारना चाहते ही। सानू भी अपनी जिथे ही रहंदे गवाही कायम करनी पैनी, सानू किसी दी नज़र च गवाही खड़ी करनी पैनी, सानू पास्ट दी नज़र च एक रेपुटेशन खड़ा करना पैना। पास्ट नूं पता होए कि ये बंदे दा की स्टैंड है, इस भाई दा इस भैन दा की स्टैंड है। तुहाडे नगर च तुहाडी आंढ गुआंढ च परिवार च गवाही नूं खड़ी करना पैना है। किने आमीन कह सकदे हैं? वो जाती मारदे हो तुहाडी गवाही खड़ी हुंदी। यीशु मसीह मरिया गवाही खड़ी हुई। किने आमीन कह सकते हैं? फिर तो साडे च अपना जिंदा नहीं हुंदा कि मर जांदे। हालेलुया। वो उत्थे गई और उन्हें ओही चादर अपने उत्ते ले ली, बोआज दी अपनी ही चादर। कुरान ने क्या है दोहरा मसा सीगा, उसे दोहरे मसे नूं लैना कि एलीशा दे नाल यही वादा सी। एलीशा ने यही प्राप्त कीता, मेरी आत्मा दा दोहरा मसा मेरे ते होवे। किने जानदे मुरारम ते किहड़ा मसा सीगा? ओकाब दा मसा सीगा। और किने जानदे है कि ओ कितना पवित्र जीवन जी रहा है। किने जानदे हो कि वचन ही खड़ा रहा। आमीन। किदां तुहानू पता उन्हें दूत ने कहा कि अपने कदी नशा ना करी, कदी सिगरट ना पीनी, कदी अपने आप को औरतां नाल दूषित ना करी, तेरे लिए काम रखा गया है। और किदां ही जानदे कि पत्नी बच्ची हाथ दे विच मरन दे बावजूद भी कितना वफादार रहा, कितना समर्पित सीगा। और ये कह रहे कि तेरी आत्मा दा दोहरा मसा मेरे उत्ते हो गई। वादा इन्हां दी ना परमेश्वर एक जे विश्वासी खड़े करने लिए जा रहे हैं, वो तैयार हो रहे हैं, वो अपने राह उत्ते हैं, वो जवान हैं, उन्हां च बजुर्ग भैणां है, उन्हां च बजुर्ग भाई है, उन्हां च शादीशुदा औरतां हैं, उस कलीसिया च शादीशुदा बंदे हैं जिहड़े कि तैयार हो रहे हैं। और वो इन्ने क समर्पित हो जाएंगे, इन्ने क मसीह होणगे, इन्ने क असली होणगे, वो इन्ने क वख कीते हुए होणगे, इन्ना पवित्र जीवन जीण वाले होणगे कि वो जद भी बोलणगे वो वचन बोलणगे। बुरी गल उन्हां दे मूंह चों नहीं निकलेगी। कदे किसी प्रति ईर्खा नहीं रखणगे, कदे किसी प्रति नफरत नहीं रखणगे। वो जीणगे तां सच्चा जीणगे, वो इन्ने क हलीम होणगे, परमेश्वर उन्हां नूं अपने हत्थां 'च चुक लवेगा। वो इन्ने क मर जाणगे कि उन्हां 'च वचन जी उठेगा। प्रभु दे नाम महिमा मिले। एक सच्ची कलीसिया होएगी जिहदे अंदर वचन दी तलवार होवेगी। ये नहीं कोई भी उन्हें गली ला के कुछ भी कर लवेगा, नहीं, और तो वचन दी तलवार होएगी। वो डाउटफुल नहीं होणगे, पता नहीं मैं ठीक भी पहुंचिया कि नहीं। हालेलुया। वो प्रकाश दे नाल भरे हुए होणगे, उन्होंने पैर चट्टान उत्ते होणगे, कदे हिलणगे नहीं। वो अगर उस कलीसिया च जवान कुड़ियां होईयां ते सहेलियां उन्हें हिला नहीं पाणगियां, अगर जवान मुंडे होए तां दोस्त उन्हें हिला नहीं पाणगे, रिश्तेदार उन्हें निगाह नहीं पाणगे। प्रभु दा धन्नवाद होए। हालेलुया। आमीन। चादर अपने उत्ते ले दोहरा मसा प्राप्त करना। जरूर पढ़ो बाइबल में, रूत का उस समय देश मुगलारों ने प्रचार किया, शनोन वाला लेडरा साग। अद्धी रात को बुआज उठिया, उन्होंने कहा तू भली औरत है, तू चंगी औरत है, तू वधिया है। परमेश्वर चंगे चरित्र की सराहना करता है। किने आमीन कह सकते हैं? हालेलुया। आमीन। हालेलुया। प्रभु रूत ये सब कुछ क्यों कर रही सी? क्योंकि रूत जानदी ए साडा नेड़े दा रिश्तेदार है। आमीन। तेरे सानू छुटकारा देना है। आमीन। वो साडा गवाचिया ही लवेगा, खरीदेगा, मोल तारेगा। हालेलुया। मैं खत्म करने जा रहा सिर्फ आधे घंटे दे विच। आमीन। आमीन। की ताली जा सकते हो? आमीन।
ਸਕਦੇ ਹਨ, ਧੰਨਵਾਦ ਕਰ ਸਕਦੇ ਆ। ਇਹਨੇ ਆਪਣੇ ਛੁਟਕਾਰੇ ਦੇਣ ਵਾਲੇ ਦੇ ਨੇੜੇ ਆਏ ਹਨ। ਮਸੀਹ ਇਹਨੇ ਵਿਸ਼ਵਾਸ ਕਰਨ ਦੇ ਵਾਅਦਾ ਕੀਤਾ, ਮੈਂ ਆਪਣਾ ਆਤਮਾ ਤੁਹਾਡੇ ਉੱਤੇ ਵਹਾਵਾਂਗਾ। ਤੁਹਾਡੇ ਨਾਲ ਮਹਿਮਾ ਮਿਲੇ। ਆਮੀਨ। ਆਪਣੇ ਮਸੀਹ ਦੀ ਨਿੰਦਿਆ ਚੱਲਣ ਲਈ ਤਿਆਰ ਹੋ, ਕਿ ਸਿੱਟੇ ਚੱਲਣ ਲਈ ਤਿਆਰ ਹੋ, ਕਿ ਬੋਆਜ਼ ਦੀ ਆਗਿਆਕਾਰੀ ਕਰੋਗੇ, ਕਿ ਤੁਸੀਂ ਬੋਆਜ਼ ਦੇ ਖੇਤਾਂ 'ਚ ਬਾਹਰ ਤੇ ਨਹੀਂ ਰਹੋਗੇ, ਕਿ ਤੁਸੀਂ ਬੋਆਜ਼ ਦੇ ਖੇਤਾਂ 'ਚ ਰਹੋਗੇ। ਹਾਲੇਲੂਇਆ, ਆਮੀਨ। ਜਦੋਂ ਉੱਠਿਆ ਆधी ਰਾਤ ਨੂੰ ਨੇ ਕਿਹਾ, ਤੂੰ ਭਲੀ ਔਰਤ ਹੈ। ਰੂਥ ਨੇ ਸਭ ਕੁਝ ਇਸ ਲਈ ਕੀਤਾ ਕਿਉਂਕਿ ਜਾਣਦੀ ਹੈ ਛੁਟਕਾਰਾ ਦੇਣ ਵਾਲਾ ਆ, ਨੇੜੇ ਦਾ ਰਿਸ਼ਤੇਦਾਰ ਆ। ਹਾਲੇਲੂਇਆ, ਆਮੀਨ। ਪ੍ਰਭੂ ਦਾ ਧੰਨਵਾਦ ਹੋਏ। ਕਿ ਥੋੜਾ ਜਿਹਾ ਪੜ੍ਹ ਲਈਏ ਬਾਈਬਲ ਚ। ਆਮੀਨ। ਹਾਲੇਲੂਇਆ। ਉਹ ਪੜ੍ਹਦੇ ਆ, ਰੂਥ ਦੀ ਕਿਤਾਬ ਕਰਦੇ ਵਾਪਸ। ਤਿੰਨ ਅਧਿਆਇ ਦੀ 8 ਤੋਂ ਪੜ੍ਹ ਰਿਹਾ। ਤਾਂ ਅਜਿਹਾ ਹੋਇਆ ਜੋ ਅੱਧੀ ਰਾਤ ਨੂੰ ਉਹ ਮਨੁੱਖ ਡਰ ਗਿਆ ਤੇ ਪਾਸਾ ਮੋੜ ਕੇ ਵੇਖਿਆ ਜੇ ਇੱਕ ਜਨਾਨੀ ਉਹਦੇ ਪੈਰਾਂ ਕੋਲ ਪਈ ਹੋਈ ਹੈ। ਤਦ ਉਹਨੇ ਪੁੱਛਿਆ, ਤੂੰ ਕੌਣ ਹੈ? ਬੋਲੀ, ਮੈਂ ਤੁਹਾਡੀ ਟਹਿਲਣ ਰੂਥ ਹਾਂ। ਸੋ ਤੁਸੀਂ ਆਪਣੀ ਟਹਿਲਣ ਉੱਤੇ ਆਪਣੀ ਚਾਦਰ ਦਾ ਪੱਲਾ ਪਾ ਦਿਓ, ਕਿਉਂਕਿ ਤੁਸੀਂ ਛਡਾਉਣ ਵਾਲਿਆਂ ਵਿੱਚੋਂ ਹੋ। ਬੋਲਿਆ, ਹੇ ਬੀਬੀ, ਯਹੋਵਾ ਤੈਨੂੰ ਆਸ਼ੀਸ਼ ਦੇਵੇ, ਕਿਉਂਕਿ ਤੂੰ ਅੱਗੇ ਨਾਲੋਂ ਅੰਤ ਵਿੱਚ ਵਧੇਰੇ ਕਿਰਪਾ ਕਰ ਵਿਖਾਈ। ਇਸ ਲਈ ਜੋ ਤੂੰ ਗੱਭਰੂਆਂ ਦੇ ਮਗਰ ਨਾ ਲੱਗੀ, ਭਾਵੇਂ ਧਨੀ ਭਾਵੇਂ ਨਿਰਧਨ ਹੁੰਦੇ, ਗੱਭਰੂਆਂ ਦੇ ਪਿੱਛੇ ਨਹੀਂ ਲੱਗੀ, ਤੂੰ ਠੀਕ ਟਿਕਾਣੇ ਤੇ ਆਈ। ਹੁਣ ਇਹ ਬੀਬੀ ਨਾ ਡਰ, ਸਭ ਕੁਝ ਜੋ ਤੂੰ ਮੰਗਦੀ ਹੈ ਮੈਂ ਤੇਰੇ ਨਾਲ ਕਰਾਂਗਾ। ਸਭ ਕੁਝ ਜੋ ਤੂੰ ਮੰਗਦੀ ਮੈਂ ਤੇਰੇ ਨਾਲ ਕਰਾਂਗਾ। ਉਹਦੀ ਪਿਆਸ ਸੀ ਕਿ ਸਾਡੀ ਉਸ ਵਿਰਾਸ ਨੂੰ ਛੁਡਾ ਦੇ, ਮੁੱਲ ਉਤਾਰ ਦੇ, ਔਰ ਅਸੀਂ ਵਾਪਸ ਅਦਨ ਬਾਗ ਚਾਹੁੰਦੇ ਹਾਂ। ਅਸੀਂ ਵਾਪਸ ਅਨੰਤ ਜੀਵਨ ਚਾਹੁੰਦੇ ਹਾਂ। ਅਸੀਂ ਆਪਣੇ ਉਹਨਾਂ ਜੀਆਂ ਜਿਉਣਾ ਚਾਹੁੰਦੇ ਹਾਂ ਜਿਹੜੇ ਪਰਦੇ ਦੇ ਦੂਸਰੇ ਪਾਸੇ। ਅਸੀਂ ਉਹ ਅਨੰਤ ਜੀਵਨ ਪਾਉਣਾ ਚਾਹੁੰਦੇ ਹਾਂ। ਅਸੀਂ ਉਹ ਵਿਰਾਸਤ ਨੂੰ ਪਾਉਣਾ ਚਾਹੁੰਦੇ ਹਾਂ, ਉਸ ਵਸੀਅਤ ਨੂੰ ਪਾਉਣਾ ਚਾਹੁੰਦੇ ਹਾਂ ਜਿਹੜੀ ਆਦਮ ਦੇ ਕੋਲ ਸੀ ਔਰ ਆਦਮ ਨੇ ਗਵਾਲੀ ਸੀ। ਤੇ ਇੱਥੇ ਨੇੜੇ ਦਾ ਰਿਸ਼ਤੇਦਾਰ ਕੀ ਕਹਿ ਰਿਹਾ? ਬੋਆਜ਼, ਬੀਬੀ, ਮੈਂ ਸਭ ਕੁਝ ਤੈਨੂੰ ਮੋੜ ਦਵਾਂਗਾ ਜੋ ਤੂੰ ਚਾਹੁੰਦੀ ਹੈ। ਕਿੰਨੇ ਆਮੀਨ ਕਹਿ ਸਕਦੇ ਆ? ਹਾਲੇਲੂਇਆ। ਜੋ ਤੂੰ ਮੰਗਦੀ ਮੈਂ ਤੇਰੇ ਨਾਲ ਕਰਾਂਗਾ, ਕਿਉਂ ਜੋ ਮੇਰੇ ਲੋਕਾਂ ਦੀ ਸਾਰੀ ਪਰਿਹਾ ਜਾਣਦੀ ਹੈ ਜੋ ਤੂੰ ਸਤਵੰਤੀ ਇਸਤਰੀ ਹੈ। ਜੋ ਸਾਡਾ ਚਰਿੱਤਰ ਹੁੰਦਾ ਆ, ਪਰਮੇਸ਼ਰ ਸਾਡੀ ਕੰਮ ਕਰਦਾ ਹੈ। ਅਤੇ ਇਹ ਵੀ ਗੱਲ ਸੱਚ ਹੈ ਜੋ ਮੈਂ ਛਡਾਉਣ ਵਾਲਾ ਹਾਂ, ਪਰ ਇੱਕ ਹੋਰ ਛਡਾਉਣ ਵਾਲਾ ਹੈ ਜੋ ਮੇਰੇ ਨਾਲੋਂ ਵੀ ਨੇੜੇ ਹੈ। ਅੱਜ ਰਾਤ ਠਹਿਰ ਜਾ ਤੇ ਸਵੇਰ ਨੂੰ ਇਉਂ ਹੋਵੇਗਾ ਕਿ ਜੇ ਉਹ ਤੇਰੇ ਲਈ ਛੁਡਾਵੇ ਤਾਂ ਚੰਗਾ ਛੁਡਾਵੇ, ਪਰ ਜੇ ਉਹ ਛੁਡਾਉਣਾ ਨਾ ਮੰਨੇ ਤਾਂ ਮੈਂ ਛੁਡਾਵਾਂਗਾ। ਮੈਂ ਜਿਉਂਦੇ ਯਹੋਵਾ ਦੀ ਸਹੁੰ ਖਾਂਦਾ ਹਾਂ, ਉਹ ਸਵੇਰ ਤੱਕ ਪਈ ਰਹੇ। ਸੋ ਸਵੇਰ ਤੱਕ ਉਹਦੇ ਪੈਰਾਂ ਕੋਲ ਪਈ ਰਹੀ ਅਤੇ ਮਨੇਰੇ ਜਿਸ ਵੇਲੇ ਇੱਕ ਦੂਜੇ ਨੂੰ ਸਿਆਣ ਨਾ ਸਕੇ, ਉੱਠ ਖਲੋਤੀ ਤਾਂ ਉਸਨੇ ਵੇਖਿਆ, ਆਖਿਆ ਇਸ ਗੱਲ ਦੀ ਖਬਰ ਨਾ ਹੋਵੇ ਜੋ ਪੇੜ ਵਿੱਚ ਕੋਈ ਤੀਵੀਂ ਆਈ ਸੀ। ਫਿਰ ਉਸਨੇ ਆਖਿਆ, ਆਪਣੀ ਉੱਪਰਲੀ ਚਾਦਰ ਫੜ ਛੱਡ। ਤਦ ਜਿਸ ਵੇਲੇ ਉਹ ਉਸ ਨੂੰ ਫੜਦੀ ਸੀ, ਉਸਨੇ 6 ਟੋਪੇ ਜਵਾਂ ਦੇ ਮਿਲੇ ਅਤੇ ਉਹਨੂੰ ਦੇ ਦਿੱਤੇ। ਸੋ ਉਹ ਸ਼ਹਿਰ ਨੂੰ ਗਈ। ਉਸ ਚਾਦਰ ਦੇ ਵਿੱਚ ਉਹਨੇ 6 ਟੋਪੇ ਜਵਾਂ ਦੇ ਭਰ ਕੇ ਉਹਨੂੰ ਦੇ ਦਿੱਤੇ। ਕਵੀ ਨੇ ਕਿਹਾ ਇਹ 6 ਟੋਪੇ ਜਿਹੜੇ ਸੀਗੇ, ਇਹ 6000 ਸਾਲ ਆ ਮੇਲਜ਼ਾ ਨੇ। 6 ਦਿਨ ਕੰਮ ਕਰ, 7ਵੇਂ ਦਿਨ ਆਰਾਮ ਕਰ। 6 ਦਿਨ ਪਰਮੇਸ਼ਰ ਨੇ ਸ੍ਰਿਸ਼ਟੀ ਕੀਤੀ, 7ਵੇਂ ਦਿਨ ਉਹਨੇ ਆਰਾਮ ਕੀਤਾ। ਔਰ ਇਸ ਸਮੇਂ ਦੇ ਚੱਲਦੇ ਹੋਏ 6000 ਹੋ ਚੁੱਕੇ ਹਨ। ਹੁਣ ਇਹ ਮਿਹਨਤਾਂ ਤੋਂ ਆਰਾਮ ਪਾਉਣ ਦਾ ਸਮਾਂ ਆਇਆ। 6 ਟੋਪੇ ਵਿੱਚ ਭਰ ਕੇ ਉਸ ਤੋਂ ਬਾਅਦ ਹੁਣ ਆਰਾਮ ਸੀਗਾ। ਤੂੰ ਬਹੁਤ ਮਿਹਨਤ ਕੀਤੀ। ਇਹ 6 ਉਸ ਚੀਜ਼ ਨੂੰ ਦਰਸਾਉਂਦੇ ਸੀ। ਹੁਣ 7ਵਾਂ ਆਰਾਮ ਦਾ ਸਮਾਂ ਸੀ। ਧਿਆਨ ਨਾਲ ਸੁਣਿਓ। ਜਦੋਂ ਆਪਣੀ ਸੱਸ ਕੋਲ ਆਈ ਤਾਂ ਉਸਨੇ ਆਖਿਆ, ਹੇ ਮੇਰੀ ਧੀਏ, ਤੇਰੇ ਨਾਲ ਕੀ ਬੀਤੀ?
ਤਾਂ ਉਹਨੇ ਉਹ ਸਭ ਕੁਝ ਦੱਸ ਦਿੱਤਾ ਜੋ ਉਸ ਮਨੁੱਖ ਨੇ ਉਹਦੇ ਲਈ ਕੀਤਾ ਸੀ। ਅਤੇ ਆਖਿਆ ਮੈਨੂੰ ਤਾਂ ਉਸਨੇ ਇਹ 6 ਟੋਪੇ ਜਮਾਂ ਦੇ ਦਿੱਤੇ ਹਨ, ਕਿਉਂ ਜੋ ਉਸਨੇ ਮੈਨੂੰ ਆਖਿਆ ਤੂੰ ਆਪਣੀ ਸੱਸ ਕੋਲ ਸੱਖਣੇ ਹੱਥੀ ਨਾ ਜਾਈਂ। ਤਾਂ ਉਹਦੀ ਸੱਸ ਨੇ ਆਖਿਆ ਮੇਰੀ ਧੀਏ ਬੈਠੀ ਰਹਿ, ਧਿਆਨ ਨਾਲ ਸੁਣਿਓ, ਜਦ ਤੱਕ ਤੂੰ ਜਾਣ ਨਾ ਲਵੇਂ ਕਿ ਇਹ ਗੱਲ ਕਿਵੇਂ ਚੱਲਦੀ ਹੈ, ਕਿਉਂ ਜੋ ਜਦ ਤੱਕ ਅੱਜ ਇਸ ਕੰਮ ਨੂੰ ਪੂਰਾ ਨਾ ਕਰ ਲਵੇ ਤਦ ਤੱਕ ਉਸ ਮਨੁੱਖ ਨੂੰ ਸ਼ਾਂਤੀ ਨਹੀਂ ਹੋਣੀ। ਉਹਨੇ ਕਿਹਾ ਹੁਣ ਉਹ ਛੁਟਕਾਰਾ ਕਰਕੇ ਹਟੇਗਾ। ਉਹਨੇ ਹੁਣ ਆਰਾਮ ਨਹੀਂ ਕਰਨਾ ਜਦ ਤੱਕ ਉਹ ਛੁਡਾ ਨਹੀਂ ਦਿੰਦਾ। ਪਰਮੇਸ਼ਰ ਹੁਣ ਕੰਮ ਤੇ ਲੱਗਾ ਹੋਵੇਗਾ, ਉਹ ਕਰਕੇ ਹਟੇਗਾ। ਉਹਨੇ ਤਦ ਤੱਕ ਚੈਨ ਨਹੀਂ ਕਰਨਾ ਜਦ ਤੱਕ ਹੁਣ ਲੈ ਨਹੀਂ ਜਾਂਦਾ। ਪਤਾ ਬੜਿਆਂ ਨੇ ਸੋਚਿਆ ਸੀ ਬੜੇ ਯਿਸੂ ਯਿਸੂ ਕਹਿੰਦੇ ਆਉਣਾ ਆਇਆ ਤੇ ਹੈ ਨਹੀਂ। ਉਹਨੇ ਜਰਾ ਕਿ ਝਟਕਾ ਲਵਾਇਆ ਹੁਣ ਇਸ ਦੁਨੀਆ ਨੂੰ ਇਹ ਦੱਸਣ ਦੇ ਲਈ ਕਿ ਤੁਸੀਂ ਐਵੇਂ ਨਾ ਸੋਚੋ ਮੈਂ ਤੇ ਰੜੀ ਹਾਂ, ਮੈਂ ਤਾਂ ਹੀ ਆਇਆ ਸੀ। ਕਹਿ ਸਕਦੇ ਚੈਨ ਨਹੀਂ ਕਰੇਗਾ ਜਦ ਤੱਕ ਉਹ ਕੰਮ ਨੂੰ ਪੂਰਾ ਨਹੀਂ ਕਰ ਲੈਂਦਾ। ਔਰ ਨਹੀਂ ਬਿਲਕੁਲ ਅੰਤ ਉੱਤੇ ਹਾਂ। ਸਤਵੇਂ ਦੂਤ ਦੀ ਆਵਾਜ਼ ਦਿੰਦੇ ਦਿਨੀ ਜਾਓ ਤੁਰੀ ਵਜਾਵੇਗਾ, ਪਰਮੇਸ਼ਰ ਦਾ ਭੇਸ ਸੰਪੂਰਨ ਹੋਵੇਗਾ। ਪਰਮੇਸ਼ਰ ਖੁੱਲੀ ਹੋਈ ਪੋਥੀ ਲੈ ਕੇ ਬੱਦਲ ਪਹਿਨ ਕੇ ਆਕਾਸ਼ ਤੋਂ ਉਤਰਿਆ, ਉਹ ਤਦ ਤੱਕ ਰੁਕੇਗਾ ਨਹੀਂ ਜਦ ਤੱਕ ਕੰਮ ਨੂੰ ਪੂਰਾ ਨਹੀਂ ਕਰ ਲੈਂਦਾ। ਕਿੰਨੇ ਆਮੀਨ ਕਹਿ ਸਕਦੇ ਆ? ਹਾਲੇਲੂਇਆ, ਆਮੀਨ, ਹਾਲੇਲੂਇਆ। ਪ੍ਰਭੂ ਦਾ ਨਾਮ ਮਹਿਮਾ ਮਿਲੇ ਜਦ ਤੱਕ ਕੋਈ ਛੁਟਕਾਰੇ ਦੇ ਕੰਮ ਨੂੰ ਪੂਰਾ ਨਹੀਂ ਕਰ ਲੈਂਦਾ। ਪ੍ਰਭੂ ਦਾ ਧੰਨਵਾਦ। ਹਾਲੇਲੂਇਆ, ਆਮੀਨ। ਹੁਣ ਨਬੀ ਨੇ ਕਿਹਾ ਇੱਕ ਹੋਰ ਜਿਹੜਾ ਨੇ ਕਿਹਾ ਇੱਕ ਹੋਰ ਹੈਗਾ, ਉਹ ਸ਼ੈਤਾਨ ਸੀਗਾ। ਇਹਦਾ ਸ਼ੈਤਾਨ ਪਾਪੀ ਹੈ, ਅਸੀਂ ਵੀ ਪਾਪੀ ਹਾਂ। ਉਹ ਵੀ ਨੇੜੇ ਦਾ ਹੀ ਸੀਗਾ ਔਰ ਉਹ ਛੁਡਾ ਨਹੀਂ ਸਕਦਾ, ਉਹ ਮੁੱਲ ਨਹੀਂ ਤਾਰ ਸਕਦਾ, ਕਿਉਂਕਿ ਛੁਡਾਉਣ ਦੇ ਲਈ ਜਾਇਦਾਦ ਕੋਲ ਚਾਹੀਦੀ ਹੈ, ਸਾਮਰਥ ਚਾਹੀਦੀ ਹੈ। ਸ਼ੈਤਾਨ ਦੇ ਕੋਲ ਹੈ ਨਹੀਂ ਸੀ ਕੁਝ। ਸ਼ੈਤਾਨ ਨਹੀਂ ਛੁਡਾ ਸਕਦਾ, ਉਹਦੇ ਖੁਦ ਪਾਪ ਦਾ ਪਿਓ ਛੁਡਾ ਉਹੀ ਸਕਦਾ ਸੀ ਜਿਹਦੇ ਅੰਦਰ ਸਾਮਰਥ ਔਰ ਪੂਰਾ ਧਨ ਸੀਗਾ। ਪਵਿੱਤਰ ਪਰਮੇਸ਼ਰ ਦਾ ਪੁੱਤਰ ਯਿਸੂ ਮਸੀਹ ਜਿਹੜਾ ਪਵਿੱਤਰ ਲਹੂ ਦੇ ਰਾਹੀਂ ਪੈਦਾ ਹੋਇਆ, ਜਿਹਦੇ ਕੋਲ ਸਾਮਰਥ ਸੀਗੀ ਵਚਨ ਬੋਲਣ ਦੀ। ਹਾਲੇਲੂਇਆ, ਹਾਲੇਲੂਇਆ। ਮਹਿਮਾ ਮਿਲੇ। ਅਗਲੇ ਦਿਨ ਜਦ ਉਹ ਦੂਸਰੇ ਬੰਦੇ ਨੂੰ ਪੈਰ ਦਿੰਦਾ ਹੈ ਕਿ ਤੂੰ ਉਹਨਾਂ ਨੂੰ ਛੁਡਾ, ਤਾਂ ਉਹ ਮਨਾ ਕਰ ਦਿੰਦਾ ਹੈ। ਹਾਲੇਲੂਇਆ। ਤਾਂ ਫਿਰ ਬੋਆਜ਼ ਮੁੱਲ ਤਾਰਦਾ ਹੈ। ਬੋਆਜ਼ ਨੋਮੀ ਨੂੰ ਵੀ ਛੁਡਾਉਂਦਾ, ਰੂਥ ਨਾਲ ਸ਼ਾਦੀ ਵੀ ਕਰਦਾ ਹੈ। ਹਾਲੇਲੂਇਆ, ਰੂਥ ਨਾਲ ਸ਼ਾਦੀ ਕਰਦਾ। ਜੋ ਕੁਛ ਉਹਨਾਂ ਦਾ ਵਿਰਸਾ ਸੀਗਾ, ਜਗ੍ਹਾ ਸੀ, ਜ਼ਮੀਨ ਸੀ, ਜੋ ਕੁਛ ਵੀ ਸੀ, ਬੋਆਜ਼ ਮੁੱਲ ਤਾਰ ਕੇ ਉਹਨੂੰ ਛੁਡਾਇਆ। ਹਾਲੇਲੂਇਆ। ਕਿੰਨੇ ਆਮੀਨ ਕਹਿ ਸਕਦੇ ਆ? ਪ੍ਰਭੂ ਦਾ ਨਾਮ ਮਹਿਮਾ ਮਿਲੇ। ਕਿੰਨੇ ਛੁਡਾਇਆ? ਉਸ ਬੋਆਜ਼ ਨੇ। ਪ੍ਰਭੂ ਦਾ ਧੰਨਵਾਦ ਹੋਵੇ ਕਿਉਂਕਿ ਉਹ ਨੇੜੇ ਦਾ ਸਾਥ ਸੀਗਾ। ਹਾਲੇਲੂਇਆ, ਆਮੀਨ। ਪਰ ਪਤਾ ਪ੍ਰਕਾਸ਼ ਦੀ ਪੋਥੀ 5 ਅਧਿਆਇ ਵਿੱਚ ਯਹੂਨਾ ਇਸ ਮਸੀਹ ਦਾ ਜੋ ਚੇਲਾ ਸੀਗਾ, ਉਹਨੇ ਇੱਕ ਪੋਥੀ ਨੂੰ ਦੇਖਿਆ ਜਿਹੜਾ ਸਿੰਘਾਸਨ ਤੇ ਬੈਠਾ ਹੈ। ਉਹਦੇ ਸੱਜੇ ਹੱਥ 'ਚ ਇੱਕ ਪੋਥੀ ਸੀ ਜਿਹੜੀ 7 ਮੋਹਰਾਂ ਨਾਲ ਬੰਦ ਕੀਤੀ ਹੋਈ। ਬਾਈਬਲ 'ਚ ਲਿਖਿਆ ਹੈ ਕਿ ਯਹੂਨਾ ਉਸ ਪੋਥੀ ਨੂੰ ਦੇਖ ਕੇ ਰੋਂਦਾ ਹੈ, ਇਸ ਲਈ ਕਿਉਂਕਿ ਕੋਈ ਵੀ ਉਹਨੂੰ ਖੋਲਣ ਦੇ ਨਾ ਔਰ ਤੇ ਨਿਗਾਹ ਕਰਨ ਦੇ ਯੋਗ ਕੋਈ ਸੀਗਾ। ਪਰ ਇਹ ਪੋਥੀ ਛੁਟਕਾਰੇ ਦੀ ਪੋਥੀ ਸੀ ਔਰ ਉਹਨੂੰ ਖੋਲਣ ਦੇ ਯੋਗ ਕੋਈ ਨਹੀਂ ਸੀਗਾ। ਉੱਥੇ ਸਵਰਗਦੂਤ ਸੀ, ਉੱਥੇ ਸਰਾਫੀਮ ਸੀ, ਉੱਥੇ 24 ਬਜ਼ੁਰਗ ਸੀ। ਲੇਕਿਨ ਯਹੂਨਾ ਤਾਂ ਰੋਇਆ ਬਹੁਤ ਜ਼ਿਆਦਾ ਕਿਉਂਕਿ ਉਹਨਾਂ ਸਾਰਿਆਂ 'ਚੋਂ ਕੋਈ ਵੀ ਉਸ ਪੋਥੀ ਨੂੰ ਛੁਡਾਉਣ ਦੇ ਯੋਗ ਨਹੀਂ ਸੀ, ਪੋਥੀ ਨੂੰ ਖੋਲਣ ਦੇ ਯੋਗ ਨਹੀਂ ਸੀਗਾ। ਉਹਨੇ ਬਹੁਤ ਸਮਝਣ ਵਾਲੀ ਗੱਲ ਹੈ। ਉਸ ਪੋਥੀ ਦੀਆਂ ਮੋਹਰਾਂ ਖੋਲਣ ਦੇ ਕੋਈ ਵੀ ਯੋਗ ਨਹੀਂ ਸੀ। ਇੱਥੋਂ ਤੱਕ ਕੋਈ ਇੰਨੀ ਪਵਿੱਤਰ ਹੈ ਕਿ ਉਹਨੂੰ ਦੇਖਣ ਦੇ ਯੋਗ ਵੀ ਨਹੀਂ ਸੀਗਾ। ਸਵਰਗਦੂਤ ਇਹ ਨਾ ਕਰ ਸਕੇ, ਸਰਾਫੀਮ ਇਹ ਨਾ ਕਰ ਸਕੇ, 24 ਬਜ਼ੁਰਗ ਇਹ ਨਾ ਕਰ ਸਕੇ। ਤਾਂ ਯਹੂਨਾ ਨੇ ਕਿਹਾ ਮੈਂ ਬਹੁਤ ਰੋਣਾ। ਜਦੋਂ ਬਹੁਤ ਰੋਂਦਾ ਤੇ 24 ਬਜ਼ੁਰਗਾਂ 'ਚ ਇੱਕ ਬਜ਼ੁਰਗ ਨੇ ਆਵਾਜ਼ ਦਿੱਤੀ ਯਹੂਨਾ ਨਾ ਰੋ। ਯਹੂਦਾ ਦੇ ਗੋਤਰ ਦਾ ਬੱਬਰ ਸ਼ੇਰ ਉਸ ਪੋਥੀ ਦੀਆਂ ਮੋਹਰਾਂ ਨੂੰ ਖੋਲਣ ਦੇ ਯੋਗ ਹੋ ਗਿਆ। ਕਿ ਉੱਥੇ ਵੱਧ ਹੋਇਆ ਲੇਲਾ ਸੀਗਾ ਜਿਹਨੇ ਉਹ ਪੋਥੀ ਲਈ ਕਿ ਉਹਦੀਆਂ ਮੋਹਰਾਂ ਖੋਲ ਦਿੱਤੀਆਂ। ਕੋਈ ਵੀ ਛੁਟਕਾਰੇ ਦਾ ਕੰਮ ਨਹੀਂ ਕਰ ਸਕਦਾ, ਕੋਈ ਸਵਰਗਦੂਤ ਨਹੀਂ ਸੀ ਕਰ ਸਕਦਾ, ਕੋਈ ਨਬੀ ਨਹੀਂ ਕਰ ਸਕਦਾ, ਕੋਈ ਪਾਸਟਰ ਨਹੀਂ ਕਰ ਸਕਦਾ, ਧਰਤੀ ਦੇ ਕੋਈ ਵੀ ਨਹੀਂ ਕਰ ਸਕਦਾ, ਕੋਈ ਸਵਰਗਦੂਤ ਕੋਈ ਐਂਜਲ ਨਹੀਂ ਸੀ ਕਰ ਸਕਦਾ, ਨਾ ਜਿਬਰਾਇਲ ਨਾ ਮਿਕਾਇਲ ਕਰ ਸਕਦਾ। ਨਬੀ ਨੇ ਕਿਹਾ
ਇਹ ਤਾਂ ਪਰਮੇਸ਼ਵਰ ਹੀ ਸੀ ਜੋ ਸਾਡੇ ਲਈ ਮਨੁੱਖ ਬਣਿਆ ਔਰ ਉਹਨੇ ਸਾਰਿਆਂ ਦੇ ਵਿਚਕਾਰ ਗਵਾਹੀ ਦਿੱਤੀ। ਨਬੀ ਨੇ ਕਿਹਾ ਛੁਟਕਾਰਾ ਦੇਣ ਵਾਲਿਆਂ ਨੂੰ ਸਭ ਦੇ ਸਾਹਮਣੇ ਗਵਾਹੀ ਦੇਣੀ ਪੈਂਦੀ। ਪਰਮੇਸ਼ਵਰ ਮਨੁੱਖ ਬਣਿਆ, ਜ਼ਮੀਨ ਤੇ ਅਸਮਾਨ ਦੇ ਵਿਚਕਾਰ ਲਟਕਾਇਆ ਗਿਆ। ਉਹਨੇ ਅਸਮਾਨ ਔਰ ਧਰਤੀ ਦੇ ਸਾਹਮਣੇ ਗਵਾਹੀ ਦਿੱਤੀ ਕਿ ਮੈਂ ਰੂਥ ਨੂੰ ਛੁਡਾ ਲਿਆ ਹੈ, ਕਿ ਮੈਂ ਆਪਣੀ ਕਲੀਸਿਆ ਨੂੰ ਛੁਡਾ ਲਿਆ ਹੈ, ਕਿ ਉਹਦੇ ਪਾਪਾਂ ਦਾ ਮੁੱਲ ਤਾਰ ਦਿੱਤਾ ਹੈ, ਮੈਂ ਉਹਨੂੰ ਉਹ ਚੀਜ਼ ਵਾਪਸ ਦੇ ਦਿੱਤੀ ਹੈ ਜਿਹੜੀ ਆਦਮ ਨੇ ਗਵਾ ਲਈ ਸੀ। ਉਸ ਆਵਾਜ਼ ਨੇ ਉਹਨਾਂ ਨੂੰ ਕੀ ਕਿਹਾ? ਉਹਨੇ ਕਿਹਾ ਕਿ ਉਹ ਯਹੂਦਾ ਦੇ ਗੋਤਰ ਦਾ ਮੁਬਸ਼ਰ ਜਿੱਤ ਗਿਆ ਹੈ, ਕਿਉਂਕਿ ਲਹੂ ਬਹਾਇਆ ਜਾ ਚੁੱਕਾ ਸੀ। ਇਹ ਪਾਤਮੋਸ ਟਾਪੂ ਤੇ ਹੋਈ ਗੱਲ ਹੈ ਜਿਹੜੀ ਉਹਨਾਂ ਨੇ ਦੇਖੀ। ਉਹਨੇ ਕਿਹਾ ਉਹ ਜਿੱਤ ਗਿਆ। ਕਲਵਰੀ ਕਰੂਸ ਤੇ ਯਿਸੂ ਮਸੀਹ ਨੇ ਸਲੀਬ ਤੇ ਲਹੂ ਬਹਾਇਆ। ਇਹ ਸਾਡੇ ਛੁਟਕਾਰੇ ਦਾ ਕੰਮ ਸੀ। ਹੁਣ ਜਦੋਂ ਸਾਨੂੰ ਛੁਡਾ ਲਿਆ ਗਿਆ, ਸਾਡੇ ਉੱਤੇ ਹੁਣ ਦੂਜੇ ਦਾ ਹੱਕ ਨਹੀਂ ਹੈ। ਜਿੰਨੇ ਛੁਡਾਏਗੇ ਉਹਨਾਂ ਦੇ ਉੱਤੇ ਦੂਸਰੇ ਦਾ ਹੱਕ ਨਹੀਂ ਹੈ। ਹੁਣ ਸਾਡੇ ਉੱਤੇ ਦੁਨੀਆਦਾਰੀ ਦਾ ਹੱਕ ਨਹੀਂ ਹੈ। ਹਾਲੇਲੂਇਆ। ਤੁਹਾਡੇ ਉੱਤੇ ਰਿਸ਼ਤੇਦਾਰਾਂ ਦਾ ਹੱਕ ਨਹੀਂ ਹੈ। ਲੇਕਿਨ ਬਾਈਬਲ ਵਿੱਚ ਲਿਖਿਆ ਜਿਹੜਾ ਮੇਰੇ ਤੋਂ ਵੱਧ ਕੇ ਆਪਣੇ ਮਾਂ-ਬਾਪ ਜਾਂ ਆਪਣੇ ਭੈਣ ਭਰਾਵਾਂ ਨੂੰ ਪਿਆਰ ਕਰਦਾ ਉਹ ਮੇਰੇ ਲਾਇਕ ਨਹੀਂ। ਤੁਹਾਡੇ ਉੱਤੇ ਹੁਣ ਕਿਸੇ ਦਾ ਹੱਕ ਨਹੀਂ, ਫਿਲਮੀ ਸਿਤਾਰਿਆਂ ਦਾ ਹੱਕ ਨਹੀਂ ਹੈ, ਰਿਸ਼ਤੇਦਾਰਾਂ ਦਾ, ਯਾਰਾਂ ਦੋਸਤਾਂ ਦਾ ਹੱਕ ਨਹੀਂ ਹੈ, ਕਿਉਂਕਿ ਜਿੰਨੇ ਸਾਨੂੰ ਛੁਡਾਇਆ ਉਸੇ ਦਾ ਹੀ ਹੱਕ ਹੈ। ਬਵਾਸ ਨੇ ਛੁਡਾਇਆ, ਬਵਾਸ ਦਾ ਹੀ ਹੱਕ ਹੈ। ਇਹਨੇ ਆਪਣੀ ਕਸਮ ਕਿੰਨੇ ਸਮੇਂ ਮਹਾਨ ਕੰਮ ਹੈ ਜੋ ਖੁਦਾ ਨੇ ਖੁਦ ਸ਼ਰੀਰ ਬਣ ਕੇ ਕੀਤਾ। ਕੋਈ ਵੀ ਛੁਟਕਾਰਾ ਨਹੀਂ ਸੀ ਕਰ ਸਕਦਾ, ਕੋਈ ਮਨੁੱਖ ਨਹੀਂ ਬਣ ਸਕਦਾ। ਪਵਿੱਤਰ ਮਨੁੱਖ ਖੁਦ ਪਵਿੱਤਰ ਪਰਮੇਸ਼ਰ ਬਣਿਆ, ਛੁਡਾਉਣ ਵਾਲਾ ਨੇੜੇ ਦਾ ਸਾਕ ਬਣਿਆ। ਹਾਲੇਲੂਇਆ। ਕਿਨੇ ਆਮੀਨ ਕਹਿ ਸਕਦੇ ਆ? ਸੰਪੂਰਨ ਮੁੱਲ ਤਾਰ ਦਿੱਤਾ ਗਿਆ। ਪਾਪ ਦਾ ਮੁੱਲ ਬਹੁਤ ਵੱਡਾ ਸੀਗਾ, ਇਹਨੂੰ ਕੋਈ ਨਹੀਂ ਤਾਰ ਸਕਦਾ। ਇਹਦਾ ਕਿੰਨਾ ਕੁ ਮੁੱਲ ਸੀ ਜਿਹੜਾ ਪਰਮੇਸ਼ਰ ਨੂੰ ਖੁਦ ਸ਼ਰੀਰ ਬਣ ਕੇ ਮਰਨਾ ਪਿਆ, ਆਪਣੇ ਮੂੰਹ ਤੇ ਤਪਾਉਣਾ ਪਿਆ, ਕੋੜਿਆਂ ਦੀ ਮਾਰ ਖਾਣੀ ਪਈ, ਲਹੂ ਬਹਾਣਾ ਪਿਆ ਤਾਂ ਕਿ ਉਹ ਛੁਡਾ ਲਵੇ। ਤੇ ਜਦ ਹੁਣ ਸਾਡੇ ਲਈ ਮੁੱਲ ਤਾਰ ਦਿੱਤਾ ਗਿਆ, ਕੀ ਤੁਸੀਂ ਹਜੇ ਵੀ ਰਿਸ਼ਤੇਦਾਰ ਖੁਸ਼ ਕਰਨਾ ਚਾਹੁੰਦੇ ਹੋ? ਨਹੀਂ। ਕੀ ਤੁਸੀਂ ਹਜੇ ਵੀ ਆਪਣੇ ਮਾਂ-ਬਾਪ ਨੂੰ ਖੁਸ਼ ਕਰਨਾ ਚਾਹੋਗੇ? ਨਹੀਂ। ਕਿ ਹਜੇ ਵੀ ਆਪਣੇ ਭੈਣ ਭਰਾ ਨੂੰ, ਆਂਢ ਗੁਆਂਢ ਨੂੰ ਖੁਸ਼ ਕਰਨਾ ਚਾਹੋਗੇ ਜਦ ਕਿ ਇਹਦੇ ਮਹਾਨ ਛੁਟਕਾਰਾ ਦੇਣ ਵਾਲੇ ਨੇ ਸਾਡੇ ਲਈ ਮੁੱਲ ਤਾਰਿਆ? ਅਨਪਤਾ ਉਹਨੇ ਮੂੰਹ ਤੇ ਚੁਕਾ ਕੇ ਮੁੱਲ ਤਾਰਿਆ, ਲਹੂ ਬਹਾ ਕੇ ਮੁੱਲ ਤਾਰਿਆ। ਉਹ ਭਾਈ ਜੀ ਸਮਝ ਲੱਗ ਰਹੀ ਹੈ? ਸਮਝ ਲੱਗ ਰਹੀ ਕੀ ਕਹਿ? ਛੁਡਾਏ ਹੋਏ ਹਾਂ। ਹਾਲੇਲੂਇਆ। ਯਿਸੂ ਮਸੀਹ ਨੂੰ ਸਾਡੇ ਤੇ ਹੱਕ ਆ। ਰੂਥ ਤੇ ਬੋਆਜ਼ ਇੱਕ ਹੋਣਗੇ, ਉਹਨਾਂ ਦੀ ਸ਼ਾਦੀ ਹੋਈ। ਸ਼ਾਦੀ ਦਾ ਮਤਲਬ ਹੈ ਬਿਲਕੁਲ ਇੱਕ ਹੋ ਜਾਣਾ। ਸ਼ਾਦੀ ਦਾ ਮਤਲਬ ਹੈ ਬਿਲਕੁਲ ਇੱਕ ਹੋ ਜਾਣਾ। ਹੁਣ ਦੋ ਨਹੀਂ ਇੱਕ ਸ਼ਰੀਰ ਹੋਣਗੇ। ਹੁਣ ਫਿਰ ਜਦ ਤੁਹਾਨੂੰ ਦੇਖਣਗੇ ਲੋਕ ਮਸੀਹ ਨੂੰ ਦੇਖਣਗੇ। ਹੁਣ ਇਹ ਨਹੀਂ ਕਹਿਣਗੇ ਉਹ ਪੁਰਾਣਾ ਹੀ ਆ, ਉਹ ਪੁਰਾਣੀ ਆ। ਇਹ ਜੇ ਉਹਦੇ ਤੇ 10 ਸਾਲ 15 ਸਾਲ ਪਹਿਲੇ ਵੀ ਇੱਦਾਂ ਦੀਆਂ ਗੱਲਾਂ ਕਰਦੀ ਹੁੰਦੀ। ਇਹਨੇ ਪਹਿਲੇ ਵੀ ਇੱਦਾਂ ਦੀਆਂ ਗੱਲਾਂ ਕਰਦਾ ਹੁੰਦਾ। ਇਹਦੇ ਵਕਤ ਇਸਮੇ ਤਾਂ ਪਹਿਲੇ ਵੀ ਇੱਦਾਂ ਹੀ ਕੰਮ ਹੈ। ਇਹ ਨਹੀਂ, ਹੁਣ ਸ਼ਾਦੀ ਹੈ। ਸ਼ਾਦੀ ਦਾ ਮਤਲਬ ਹੈ ਮਸੀਹ ਕਲੀਸਿਆ ਇੱਕ। ਉਸ ਦਿਨ ਤੁਸੀਂ ਜਾਣੋਗੇ ਮੈਂ ਪਿਤਾ ਵਿੱਚ, ਪਿਤਾ ਮੇਰੇ ਵਿੱਚ ਤੇ ਮੈਂ ਤੁਹਾਡੇ ਵਿੱਚ ਹਾਂ। ਤੁਸੀਂ ਆਮੀਨ ਕਹਿ ਸਕਦੇ ਹੋ? ਹਾਲੇਲੂਇਆ। ਆਮੀਨ। ਬਤਾ ਦਿੱਤਾ ਗਿਆ। ਕਿਨੇ ਆਮੀਨ ਕਹਿ ਸਕਦੇ ਆ? ਰੂਥ ਬੋਆਜ਼ ਦੀ ਹੋ ਗਈ, ਜਦ ਬੋਆਜ਼ ਦੀ ਹੋਈ ਸ਼ਾਦੀ ਹੋ ਗਈ, ਤਬ ਗਰਭਣੀ ਹੋਈ। ਗਰਭਣੀ ਹੋ ਕੇ ਉਹਨੇ ਪੁੱਤਰ ਨੂੰ ਜਨਮ ਦਿੱਤਾ ਜਿਹਦਾ ਨਾਮ ਸੀ ਓਬੇਦ। ਆਮੀਨ। ਹਾਲੇਲੂਇਆ। ਉਦਰਾਂ ਮਹਿਮਾ ਮਿਲੇ। ਆਮੀਨ। ਓਬੇਦ, ਓਬੇਦ ਤੋਂ ਯੱਸੀ ਆਇਆ, ਯੱਸੀ ਤੋਂ ਦਾਊਦ ਆਇਆ, ਦਾਊਦ ਤੋਂ ਯਿਸੂ ਮਸੀਹ ਆਇਆ। ਆਮੀਨ। ਕਿੰਨੀ ਮੁਬਾਰਕ ਵੰਸ਼ਾ ਬਣੀ ਹੈ। ਆਮੀਨ। ਤਾਂ ਪਰਾਈ ਜਾਤੀਆਂ ਚੋਂ ਇੱਕ ਵਿਚਾਰੀ ਵਿਧਵਾ ਕੁੜੀ ਉੱਠੀ, ਉਹ ਫੈਸਲਾ ਕਰਕੇ ਅੱਗੇ ਵਧੀ, ਉਹ ਪੈਲੀਆਂ 'ਚ ਗਈ, ਉਹ ਚਾਦਰ ਦੇ ਹੇਠ ਗਈ, ਉਹਨੇ ਲੋਕਾਂ ਸਾਹਮਣੇ ਬਦਨਾਮੀ ਵਾਲਾ ਕੰਮ ਕੀਤਾ ਔਰ ਉਹ ਛੁਟਕਾਰਾ ਪਾ ਕੇ ਗਈ। ਮੈਂ ਪੁੱਛਦਾ ਉਸ ਆਰਪਾ ਦਾ ਕੀ ਬਣਿਆ ਜਿਹੜੀ ਪਿੱਛੇ ਰਹਿ ਗਈ? ਉਹਦਾ ਕੋਈ ਰਿਕਾਰਡ ਨਹੀਂ ਹੈਗਾ, ਲੇਕਿਨ ਇਹ ਰੂਥ ਦਾ ਨਾਮ ਜੀਵਨ ਦੀ ਪੋਥੀ ਵਿੱਚ ਕਿਨੇ ਆਵੇਂ ਕਹਿ ਸਕਦੇ ਹਾਂ। ਇਸ ਦੀ ਆਓ ਫੈਸਲੇ ਕਰੀਏ, ਆਓ ਅੱਗੇ ਵਧੀਏ। ਸਮਾਂ ਛੁਟਕਾਰੇ ਦਾ ਹੈ, ਸਮਾਂ ਰਿਡੈਂਪਸ਼ਨ ਦਾ ਹੈ। ਹਾਲੇਲੂਇਆ। ਇਹ ਉੱਥੇ ਵਾਪਸ ਜਾਣ ਦਾ ਸਮਾਂ ਇੱਥੇ ਹੀ ਆਏ ਸੀ, ਇਸ ਲਈ ਹੁਣ ਪਿੱਛੇ ਨਹੀਂ ਮੁੜਨਾ। ਕੋਈ ਆਪਾਂ ਵਾਲਾ ਫੈਸਲਾ ਨਾ ਕਰੇ, ਕੋਈ ਲੰਬੇ ਪਲਾਨਿੰਗ ਨਾ ਕਰੇ। ਛੁਟਕਾਰੇ ਦਾ ਟਾਈਮ ਹੈ। ਤੁਸੀਂ ਖੁਸ਼ ਹੋ? ਕਿੰਨੇ ਵਿਸ਼ਵਾਸ ਕਰਦੇ ਕਿ ਹੁਣ ਮੇਰੇ ਤੇ ਸ਼ੈਤਾਨ ਦਾ ਹੱਕ ਨਹੀਂ ਹੈ? ਦੂਜਾ ਕਿੱਦਾਂ ਆ ਕੇ ਕਹਿ ਸਕਦਾ ਰੂਥ ਨੇ ਨਹੀਂ ਹੈ, ਕਿਉਂਕਿ ਬੋਲਣ ਬੋਆਜ਼ ਨੇ ਤਾਰਿਆ। ਆਮੀਨ। ਹਾਲੇਲੂਇਆ। ਆਮੀਨ। ਹੁਣ
ਤੁਸੀਂ ਉਹਦੇ ਹੋ। ਮੇਰੀਓ ਭੈਣੋ, ਤੁਹਾਡੇ ਤੇ ਬੋਆਜ਼ ਦਾ ਹੱਕ ਹੈ। ਮੇਰੇ ਭਾਈਓ, ਤੁਹਾਡੇ ਤੇ ਬੋਆਜ਼ ਦਾ ਹੱਕ ਹੈ। ਇਹ ਦੁਨੀਆਦਾਰੀ ਦੇ ਨਹੀਂ ਹੈ। ਉਹ ਜਦੋਂ ਇਹ ਪ੍ਰਕਾਸ਼ਨ ਬਬਰਾਨਾ ਨੂੰ ਮਿਲਿਆ, ਅੱਜ ਮੈਂ ਫਿਰ ਕਹਿਣਾ, ਉਦੋਂ ਹੀ ਉਹਨੇ ਹੱਥ ਉਠਾ ਕੇ ਕਿਹਾ, ਮੈਂ ਚਾਰਲਸ ਬ੍ਰਾਨਹਮ ਤੇ ਐਲਾ ਬ੍ਰਾਨਹਮ ਦਾ ਪੁੱਤਰ ਨਹੀਂ ਹੈ, ਮੈਂ ਮਹਾਨ ਯਹੋਵਾ ਪਰਮੇਸ਼ਰ ਦਾ ਪੁੱਤਰ ਹਾਂ। ਕਿਉਂਕਿ ਉਹਨੇ ਮੇਰਾ ਮੁੱਲ ਤਾਰਿਆ ਹੈ, ਉਹਨੇ ਮੇਰੇ ਲਈ ਲਹੂ ਬਹਾਇਆ ਹੈ, ਉਹਨੇ ਮੇਰੇ ਲਈ ਛੁਟਕਾਰਾ ਦਿੱਤਾ ਹੈ, ਉਹਨੇ ਮੇਰੇ ਲਈ ਨਬੀ ਭੇਜਿਆ, ਉਹਨੇ ਮੇਰੇ ਲਈ ਸੰਦੇਸ਼ ਭੇਜਿਆ। ਅਸੀਂ ਉਹਦੇ ਹਾਂ। ਹੁਣ ਕਿੱਦਾਂ ਹੋ ਸਕਦਾ ਦੁਨੀਆਦਾਰੀ ਦੇ ਆਈਬ੍ਰੋ ਕਵਟੇ ਇਹ ਸਭ ਚੀਜ਼ਾਂ ਤੁਹਾਡੇ ਉੱਤੇ ਰਾਜ ਕਰਨ, ਦੁਨੀਆ ਦਾ ਮੇਕਅਪ ਤੁਹਾਡੇ ਉੱਤੇ ਰਾਜ ਕਰੇ, ਦੁਨੀਆ ਦਾ ਸ਼ਿੰਗਾਰ ਤੁਹਾਡੇ ਉੱਤੇ ਰਾਜ ਕਰੇ? ਜੇ ਤੁਸੀਂ ਛੁਡਾਏ ਹੋਏ ਹੋ ਤਾਂ ਫਿਰ ਸਿਰਫ ਮਸੀਹ ਦਾ ਰਾਜ ਹੈ। ਕਿਹਨੇ ਆਮੀਨ ਕਹਿ ਸਕਦੇ ਆ? ਆਮੀਨ। ਕਿ ਖੁਸ਼ ਹੋ, ਸਰਕਾਰ ਲਈ ਧੰਨਵਾਦ ਕਰ ਸਕਦੇ ਹੋ। ਹੋ ਸਕਦਾ ਹੈ ਤਾਂ ਆਪਣੀ ਜਗ੍ਹਾ ਤੇ ਖੜੇ ਹੋ ਜਾਓ ਔਰ ਹੱਥ ਉਠਾ ਕੇ ਛੁਟਕਾਰੇ ਦੇਣ ਵਾਲੇ ਦਾ ਧੰਨਵਾਦ ਕਰੋ। ਆਪਣੇ ਥਾਵਾਂ ਤੇ ਖੜੇ ਹੋ ਸਕਦੇ ਜਿੱਥੇ ਕਿਤੇ ਤੁਸੀਂ ਘਰਾਂ 'ਚ ਹੋ, ਆਪਣੇ ਪੈਰਾਂ ਤੇ ਖੜੇ ਹੋ ਜਾਓ। ਹਾਲੇਲੂਇਆ। ਔਰ ਹੱਥ ਉਠਾ ਕੇ ਛੁਟਕਾਰੇ ਦੇਣ ਵਾਲੇ ਦਾ ਧੰਨਵਾਦ ਕਰੋ। ਉਸ ਮਹਾਨ ਨੇੜੇ ਦੇ ਸਾਥ ਦਾ ਜੋ ਨੇੜੇ ਦਾ ਰਿਸ਼ਤੇਦਾਰ ਨਾ ਬਣਦਾ ਹੀ ਕਦੇ ਛੁਟਕਾਰਾ ਨਹੀਂ ਸਕਦਾ। ਤੇ ਕਹਿ ਸਕਦੇ ਆਪਣਾ ਲੋਕ ਬਹਾ ਕੇ ਤੇ ਮੈਨੂੰ ਆਜ਼ਾਦ ਕੀਤਾ, ਨੇੜੇ ਦਾ ਸਾਥ ਬਣ ਕੇ ਮੈਨੂੰ ਆਜ਼ਾਦ ਮੈਂ ਆਪਣੇ ਆਪ ਦਾ ਇਨਕਾਰ ਕਰਾਂ, ਆਪਣੀ ਸਲੀਪ ਚੁੱਕ ਕੇ ਤੇਰੇ ਵਿੱਚ ਚਲਾ ਸੋਨੀਆ ਜਿਹੜਾ ਦਿਨ ਤੇਰੇ ਕਦੇ ਰਾਤ ਆ ਗਿਆ ਮੈਂ ਆਪਣੇ ਆਪ ਦਾ ਇਨਕਾਰ ਕਰਾਂ, ਆਪਣੀ ਸਲੀਪ ਚੁੱਕ ਕੇ ਤੇਰੇ ਵਿੱਚ ਚਲਾ ਤੂੰ ਮੇਰੇ ਜੀਵਨ ਤੇ ਰਾਜ ਕਰ, ਕੰਮ ਕਰ ਪਿਤਾ ਪਰਮੇਸ਼ਰ, ਮੇਰੀ ਜ਼ਿੰਦਗੀ ਜਹਾਦ ਮੇਰਾ ਬੜਾ ਪਿਤਾ ਪਰਮੇਸ਼ਰ। ਇਸ ਵਜ੍ਹਾ ਆਪਣੇ ਰਾਜ ਲਈ ਤਿਆਰ ਕਰ, ਇਸ ਵਜ੍ਹਾ ਉਠਾਈ ਜਾ ਵਿਸ਼ਵਾਸ ਦੇ ਪਿਤਾ ਪਰਮੇਸ਼ਰ। ਇਸ ਵਜ੍ਹਾ ਆਤਮਾ ਦੇ ਦੋਲੇ ਮਸਲਾ ਪਾਤੇ ਪਿਤਾ ਪਰਮੇਸ਼ਰ। ਇਸ ਵਜ੍ਹਾ ਬਹੁਤ ਸਮਾਂ ਨਹੀਂ ਹੈ ਪਿਤਾ ਪਰਮੇਸ਼ਰ। ਇਸ ਵਜ੍ਹਾ ਸਮਾਂ ਕੇ ਬਦਲ ਦਾ ਪਿਤਾ ਪਰਮੇਸ਼ਰ। ਇਸ ਵਜ੍ਹਾ ਮੈਨੂੰ ਅੱਗੇ ਬਦਲ ਤੇਰੀ ਕਿਰਪਾ ਦੇ, ਜੋਤ ਦੇ, ਬਲ ਦੇ, ਸ਼ਕਤੀ ਦੇ। ਹਾਲੇਲੂਇਆ। ਹਾਲੇਲੂਇਆ। ਆਮੀਨ ਕਹਿ ਸਕਦੇ ਆ? ਆਮੀਨ। ਕਿ ਤੁਸੀਂ ਸੱਚਮੁੱਚ ਮਸੀਹ ਨੂੰ ਆਪਣੇ ਤੇ ਰਾਜ ਕਰਨ ਦਿੰਦੇ ਹੋ? ਆਮੀਨ। ਸਿਲਾਈ ਹੋਏ ਤਾਂ ਫਿਰ ਜੂਤ ਹੀ ਕਰੋ। ਆਮੀਨ। ਆਮੀਨ। ਖੁੱਲ ਗਏ ਨੇ ਭੇਤ ਬੇਸ਼ੁਮਾਰ ਰਾਜਾ, ਖੁੱਲ ਗਏ ਨੇ ਭੇਤ ਬੇਸ਼ੁਮਾਰ ਰਾਜਾ, ਮੇਰੀ ਪਰਜਾ ਬਾਬਲ ਚੋਂ ਮਾਰਿਆ ਐ, ਮੇਰੀ ਪਰਜਾ ਗੜਬੜ ਚੋਂ ਮਾਰਿਆ। ਖੁੱਲ ਗਏ ਨੇ ਭੇਤ ਬੇਸ਼ੁਮਾਰ ਰਾਜਾ, ਖੁੱਲ ਗਏ ਨੇ ਭੇਤ ਬੇਸ਼ੁਮਾਰ ਰਾਜਾ, ਐ ਮੇਰੀ ਪਰਜਾ ਬਾਬਲ ਚੋਂ ਮਾਰਿਆ, ਐ ਮੇਰੀ ਪਰਜਾ ਗੜਬੜ ਚੋਂ ਮਾਰਿਆ, ਐ ਮੇਰੀ ਬੇਟੀ ਗੜਬੜ ਚੋਂ ਮਾਰਿਆ, ਐ ਮੇਰੇ ਬੇਟੇ ਗੜਬੜ ਚੋਂ ਮਾਰਿਆ। ਆਕੇ ਸਿੱਧੇ ਚੁੱਕ ਲੈ ਤੂੰ ਕੋਸ ਦੇ ਆਪਣਾ ਚੋਂ, ਵੇਖਨੇ ਉਠਾਇਆ ਜਾਣਾ ਖੁੱਲੇ ਹੋਏ ਖੇਤਾਂ ਚੋਂ, ਵੇਖਨੇ ਉਠਾਇਆ ਜਾਣਾ ਖੁੱਲੇ ਹੋਏ ਖੇਤਾਂ ਚੋਂ। ਆਕੇ ਸਿੱਧੇ ਚੁੱਕ ਲੈ ਤੂੰ ਕੋਸ ਦੇ ਖੇਤਾਂ ਚੋਂ, ਆਕੇ ਸਿੱਧੇ ਚੁੱਕ ਲੈ ਤੂੰ ਕੋਸ ਦੇ ਖੇਤਾਂ ਚੋਂ। ਕਿਰਪਾ ਹੈ ਉਹਦੀ, ਕਿਰਪਾ ਹੈ ਉਹਦੀ ਬੇਸ਼ੁਮਾਰ ਰਾਜਾ, ਉਹ ਕਿਰਪਾ ਹੈ ਉਹਦੀ ਬੇਸ਼ੁਮਾਰ ਰਾਜਾ, ਮੇਰੀ ਪਰਜਾ ਗੜਬੜ ਚੋਂ ਮਾਰਿਆ, ਮੇਰੀ ਪਰਜਾ ਗੜਬੜ ਚੋਂ ਮਾਰਿਆ, ਮੇਰੀ ਪਰਜਾ ਗੜਬੜ ਚੋਂ ਮਾਰਿਆ। Yeah.
ਆਗੇ ਪਿੱਛੇ ਅਸਮਾਨਾਂ ਤੇ ਡਾਂਗਾ ਵਾਂਗ ਉਤਾਰ ਦੇ ਦਿਖਾ ਕੇ ਰੱਖਾਂਗਾ ਮੈਂ ਨਜ਼ਰਾਂ ਕਮੀਆਂ ਕੀ ਬਾਬਾ ਦਿਖਾ ਕੇ ਰੱਖਾਂਗਾ ਮੈਂ ਨਜ਼ਰਾਂ ਕਮੀਆਂ ਕੀ ਬਾਬਾ ਦੇ ਸਮੇਂ ਦਾ ਸੰਦੇਸ਼ ਮੈਂ ਜ਼ਰੂਰ ਕਰਾਂਗਾ ਮੈਂ ਨਾ फैसला लेना पैना रूचवान फैसला लेना पैना हम पवित्र जीवन जीना पैना है ड्रामी चलनी पैनी है और मसीह की सलीब तक जाना पैना अपने आप का दिमाग का इनकार कर दो वो बच्चों के अपने आप को करो नीचे उठाए जाता विश्वास हम सानू बहुत धन्यवाद बहुत खुश है बहुत खुश है साढ़े भाई रतन जोर जेडे आते हैं लिखा मैं इन्हें 4 अध्यायों से लगातार 2 साल बचा के 2 साल लगातार रूथ ने हर हफ्ते लगातार 2 साल मतलब कितना खुश है इस किताब में बाइबल एक महान किताब मतलब लिखता तो पढ़ना ही नहीं मेरे अंदर बहुत खुशी पिया हुआ दूसरे लोग बाहरों पढ़ते हैं उस समय नहीं पाते असल चीज़ अंदर पाई जाती है प्रार्थना के बिना नहीं बंदा पढ़ सकता बहुत बरकत दे सब लोग बैठ